ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਹੋ ਤੁਸੀਂ ਸਾਰੇ। ਇਸ ਸਮੇਂ ਮੈਂ ਜੋਗਰਾ ਸਿੰਘ ਕਾਲੋਂ ਪ੍ਰੋਗਰਾਮ ਪ੍ਰਾਈਮ ਚਰਚਾ ਲੈ ਕੇ ਹਾਜ਼ਰ ਹਾਂ। ਅੱਜ ਦੇ ਪ੍ਰੋਗਰਾਮ ਪ੍ਰਾਈਮ ਚਰਚਾ ਵਿੱਚ ਸਾਡੇ ਨਾਲ ਜਿੱਥੇ ਮਨਮੋਹਨ ਸਿੰਘ ਸਮਰਾ ਜੀ ਹੋਣਗੇ, ਉੱਥੇ ਹੀ ਅੱਜ ਅਸੀਂ ਗੱਲਬਾਤ ਕਰਨੀ ਬੜੇ ਇੱਕ ਅਹਿਮ ਮੁੱਦੇ ਦੇ ਉੱਤੇ। ਪੰਜਾਬ ਦੇ ਵਿੱਚ ਕਿਸਾਨ ਸੰਘਰਸ਼ ਕਰ ਰਹੇ ਨੇ, ਪਰ ਅੱਜ ਸਾਨੂੰ ਕਈ ਵਾਰੀ ਕੀ ਹੁੰਦਾ ਆ, ਕੁਝ ਪੁਰਾਣੇ ਇਤਿਹਾਸ ਤੋਂ ਸਾਡੇ ਤੋਂ ਸੇਧ ਲੈਣ ਦੀ ਜ਼ਰੂਰਤ ਹੁੰਦੀ ਆ। ਕਈ ਵਾਰੀ ਉਹ ਜੋਸ਼ ਸਾਨੂੰ ਚਾਹੀਦਾ ਹੁੰਦਾ ਆ। ਅਕਸਰ ਅਸੀਂ ਬਹੁਤ ਸਾਰੇ ਇਤਿਹਾਸਕ ਕੰਮਾਂ ਤੋਂ ਆਪਣੇ ਸੇਧ ਲੈ ਕੇ ਅੱਗੇ ਤੁਰਦੇ ਹਾਂ, ਤੇ ਅੱਜ ਵੀ ਜਿਹੜਾ ਅਸੀਂ ਪ੍ਰੋਗਰਾਮ ਕਰਾਂਗੇ, ਕੋਸ਼ਿਸ਼ ਕਰਾਂਗੇ ਕਿ ਉਹ ਪੁਰਾਣੇ ਇਤਿਹਾਸ ਤੋਂ ਅਸੀਂ ਕਿਵੇਂ ਸੇਧ ਲੈ ਸਕਦੇ ਉਹਦੇ ਬਾਬਤ ਗੱਲਬਾਤ ਕਰੀਏ। ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦਾ 350ਵਾਂ ਜਨਮ ਦਿਹਾੜਾ। ਨੰਬਰ ਮੈਟਰ ਨਹੀਂ ਕਰਦਾ ਕਿ ਕਿੰਨਾ ਆ, ਪਰ ਅਸੀਂ ਗੱਲ ਅੱਜ ਉਹਨਾਂ ਦੀ ਸੋਚ ਦੀ, ਉਹ ਸਪਿਰਿਟ ਜਿਹੜਾ ਲੈ ਕੇ ਚੱਲੇ ਸੀਗੇ। ਅਸੀਂ ਅਕਸਰ ਉਹਨਾਂ ਦੀ ਇੱਟ ਨਾਲ ਇੱਟ ਟਕਰਾਉਣ ਵਾਲੀ ਜਿਹੜੀ ਗੱਲ ਵਾ ਸੁਣਦੇ ਰਹਿੰਦੇ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਤੀ, ਪਰ ਉਹਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਚੱਲਦੀਆਂ ਸੀਗੀਆਂ। ਕੱਲੀ ਇੱਟ ਨਹੀਂ, ਜਿਹੜੀ ਪਲੈਨਿੰਗ ਉਹਨਾਂ ਦੀ, ਜਿਹੜਾ ਉਹਨਾਂ 'ਚ ਜੋਸ਼, ਜਿਹੜੀ ਉਹਨਾਂ 'ਚ ਪੋਜ਼ਿਟਿਵਿਟੀ, ਜਿਹੜੀ ਉਹਨਾਂ 'ਚ ਦ੍ਰਿੜਤਾ, ਤੇ ਆਖਿਰਕਾਰ ਉਹਨਾਂ ਨੂੰ ਜਿਹੜਾ ਇਹਨਾਂ ਥਾਪੜਾ ਮਿਲਿਆ, ਉਹ ਕਿੱਥੋਂ ਮਿਲਿਆ, ਉਹ ਕਿਵੇਂ ਸ਼ੁਰੂਆਤ ਹੋਈ। ਜਦੋਂ ਬਾਬਾ ਬੰਦਾ ਸਿੰਘ ਬਹਾਦਰ, ਅਜੇ ਬਾਬਾ ਬੰਦਾ ਸਿੰਘ ਬਹਾਦਰ ਬਣਿਆ ਨਹੀਂ ਸੀ, ਉਸ ਤੋਂ ਪਹਿਲਾਂ ਕੀ ਸੀ, ਉਹ ਮਾਧੋ ਦਾਸ ਬੈਰਾਗੀ, ਉਦੋਂ ਦੀ ਕੀ ਕਹਾਣੀ ਸੀ, ਕੀ ਸਿਚੁਏਸ਼ਨ ਸੀ। ਕੋਸ਼ਿਸ਼ ਕਰਾਂਗੇ ਇਤਿਹਾਸ ਦੇ ਉਹਨਾਂ ਪੰਨਿਆਂ ਬਾਰੇ ਕੁਝ ਗੱਲਬਾਤ ਅਜਿਹੀ ਸਾਹਮਣੇ ਲੈ ਕੇ ਆ ਸਕੀਏ ਜਿਹੜੀ ਅੱਜ ਕੱਲ੍ਹ ਸਾਨੂੰ ਆਮ ਤੌਰ ਤੇ ਸੁਣਾਈ ਨਹੀਂ ਜਾਂਦੀ। ਸੋ ਸਾਰੇ ਕੁਝ ਤੋਂ ਪਹਿਲਾਂ ਸ਼ਾਮਲ ਕਰਦੇ ਹਾਂ ਪ੍ਰੋਗਰਾਮ 'ਚ ਮਨਮੋਹਨ ਸਿੰਘ ਸਮਰਾ ਜੀ ਉਹਨਾਂ ਦਾ। ਸਮਰਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਮਰਾ ਸਾਹਿਬ, ਗੱਲ ਸ਼ੁਰੂ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਨ ਤੋਂ। ਪਹਿਲਾਂ ਤੇ ਤੁਹਾਨੂੰ ਜਨਮ ਦਿਨ ਦੀਆਂ ਮੁਬਾਰਕਾਂ। ਸਾਰੇ ਸਿੱਖ ਜਗਤ ਨੂੰ ਜੀ ਬਹੁਤ ਬਹੁਤ ਵਧਾਈਆਂ ਜੀ। ਬਿਲਕੁਲ, ਸੰਗਤ ਨੂੰ ਵੀ ਵਧਾਈਆਂ। ਸੋ ਗੱਲ ਮੈਂ ਤਾਂ ਸ਼ੁਰੂ ਕੀਤੀ ਕਿਸਾਨੀ ਦੀ ਗੱਲ, ਇਹ ਕਿਉਂਕਿ ਕੋਈ ਵੀ ਗੱਲਬਾਤ ਕਰੀਏ ਸਮਰਾ ਸਾਹਿਬ, ਕਿਸਾਨੀ ਅੱਜ ਸਮੇਂ ਅੱਗੇ ਆ ਜਾਂਦੀ ਆ। ਤੇ ਮੇਰੇ ਖਿਆਲ ਸਾਨੂੰ ਜਿਨ੍ਹਾਂ ਨੇ ਕਿਸਾਨ ਬਣਾਇਆ, ਜਿਨ੍ਹਾਂ ਦੀ ਬਦੌਲਤ ਅਸੀਂ ਉਹਨਾਂ ਨੂੰ, ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ, ਉਹ ਜ਼ਮੀਨਾਂ ਦੇ ਮਾਲਕ ਬਣਾਇਆ ਜਿਹੜੀਆਂ ਅਸੀਂ ਪਹਿਲਾਂ ਉਦਾਂ ਹੀ ਵਾਹੁੰਦੇ ਹੁੰਦੇ ਸੀ। ਜਿਹੜੀ ਖੇਤੀ ਕਰਦਾ ਸੀ ਜ਼ਮੀਨ ਦੇ ਉੱਤੇ, ਉਹੀ ਉਹਨੂੰ ਦੇਤੀਆਂ, ਭਾਵ ਕਿ ਅੱਜ ਅਸੀਂ ਕਹਿ ਲਈਏ ਜ਼ਮੀਨਾਂ ਅਲਾਟ ਕਰਤੀਆਂ। ਬਿਲਕੁਲ ਜੀ। ਤੇ ਇਹ ਜਿਹੜਾ ਸਾਰਾ ਕੁਝ ਹੈ, ਇਹਦੀ ਸ਼ੁਰੂਆਤ ਕਿੱਦਾਂ ਹੋਈ? ਆਖਿਰ ਬਾਬਾ ਬੰਦਾ ਸਿੰਘ ਬਹਾਦਰ ਬਣਿਆ ਕਿਵੇਂ? ਬਾਬਾ ਬੰਦਾ ਸਿੰਘ ਬਹਾਦਰ ਜੋ ਅਸੀਂ ਗੱਲ ਕਰਦੇ ਹਾਂ ਜੀ, ਪਹਿਲੀ ਤਾਂ ਗੱਲ ਇਤਿਹਾਸ ਦੀ ਆ ਜੀ। ਇਤਿਹਾਸ ਆ ਜਿਹੜਾ ਜੀ ਕਿਸੇ ਕੌਮ ਦੀ ਜਿੰਦ ਜਾਨ ਹੁੰਦਾ ਜੀ, ਪਰ ਨਾਲ ਦੀ ਨਾਲ ਉਹ ਸਾਡਾ ਮਾਰਗਦਰਸ਼ਨ ਵੀ ਕਰਦਾ। ਅਸੀਂ ਉਹ ਤੋਂ ਸਿੱਖ ਕੇ ਜ਼ਿੰਦਗੀ ਨੂੰ ਅੱਗੇ ਤੋਰਨਾ ਹੁੰਦਾ। ਇਤਿਹਾਸ ਦੀਆਂ ਘਟਨਾਵਾਂ ਸਾਨੂੰ ਅੱਜ ਦੀਆਂ ਘਟਨਾਵਾਂ ਨੂੰ ਡੀਲ ਕਰਨ ਦੀ ਸ਼ਕਤੀ ਬਖਸ਼ਦੀਆਂ ਨੇ ਵੀ ਇਹਦੇ ਨਾਲ ਕਿਵੇਂ ਅਸੀਂ ਡੀਲ ਕਰੀਏ। ਇੱਕ ਘਟਨਾ ਜੇ ਬਾਬਾ ਬੰਦਾ ਸਿੰਘ ਬਹਾਦਰ, ਜੇ ਕੋਈ ਸਿਪਾਹੀ ਆਪਦੇ ਪਿੰਡ ਜਾਂਦਾ ਸੀਗਾ ਛੁੱਟੀ ਕੱਟਣ ਦੇ ਲਈ, ਤਾਂ ਪਿੰਡ ਦੀ ਜਿਹੜੀ ਪੰਚਾਇਤ ਸੀ ਉਹ ਬੰਨੇ 'ਤੇ ਆ ਕੇ ਖੜ੍ਹਦੀ ਸੀ ਉਹਦੇ ਸਤਿਕਾਰ ਦੇ ਵਿੱਚ ਕਿ ਫੌਜ ਦਾ ਸਿਪਾਹੀ ਆਇਆ। ਸਿਪਾਹੀ ਨੂੰ ਜਰਨੈਲ ਜਿੰਨੀ ਬੁਕਤ ਸੀ ਉਹਨਾਂ ਸਮਿਆਂ ਦੇ ਵਿੱਚ। ਅਤੇ ਜਿਹੜੇ ਲੋਕੀ ਖੇਤੀ ਕਰਦੇ ਸੀਗੇ, ਕਿਸੇ ਦੀ ਜ਼ਮੀਨ ਵਾਹੁੰਦੇ ਸੀ, 80% ਤੱਕ ਦਾ ਹਿੱਸਾ ਮਾਲਕ ਨੂੰ ਚਲੇ ਜਾਂਦਾ ਸੀ, 10-20% ਕਾਮੇ ਨੂੰ ਮਿਲਦਾ ਸੀ। ਜੀ। ਤਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਇੱਕੋ ਹੁਕਮ ਨਾਲ ਅਸੀਂ ਕੰਬੀਆਂ ਤੋਂ ਸਰਦਾਰ ਬਣ ਗਏ। ਜਿੰਨੀ ਜ਼ਮੀਨ ਤੁਸੀਂ ਵਾਹੁੰਦੇ ਸੀ ਤੁਹਾਡੀ ਹੋ ਗਈ, ਕਿਸੇ ਨੇ ਨਹੀਂ ਪੁੱਛਿਆ। ਹੁਣ ਅਸੀਂ ਗੱਲ ਕਰੀਏ ਬਾਬਾ ਬੰਦਾ ਸਿੰਘ ਬਹਾਦਰ ਦੇ ਅੱਜ 350 ਸਾਲ ਹੋਏ ਨੇ। ਕਈ ਵਾਰੀ ਸਾਡੇ ਬੱਚਿਆਂ ਨੂੰ ਲੱਗਦਾ ਪਤਾ ਨਹੀਂ ਕਿਹੜੇ ਯੁੱਗ ਦੀਆਂ ਕਹਾਣੀਆਂ ਕਰਦੇ ਆ, ਕਿੰਨੀ ਕੁ ਪੁਰਾਣੀ ਗੱਲ ਆ। 350 ਸਾਲ ਉਹਨਾਂ ਦੇ ਜਨਮ ਨੂੰ ਅੱਜ ਹੋਏ ਨੇ ਸਿਰਫ, ਤੇ 50 ਸਾਲ ਆਪਾਂ ਲਾਈਏ ਜੇ ਉਹਨਾਂ ਦਾ ਜੀਵਨ, 50 ਸਾਲ ਦੇ ਕਰੀਬ ਉਹਨਾਂ ਦਾ ਜੀਵਨ ਹੀ ਸੀ। ਸੋ 300 ਸਾਲ ਪੁਰਾਣੀਆਂ ਗੱਲਾਂ ਨੇ ਜਿਹੜੀਆਂ ਆਪਾਂ ਅੱਜ ਕਰ ਰਹੇ ਹਾਂ ਜੀ। 300 ਸਾਲ ਪਹਿਲਾਂ ਜਦੋਂ ਉਹਨਾਂ ਦਾ ਜਨਮ ਹੈ ਜਿਹੜਾ ਜੀ, ਜਦੋਂ ਪੁੰਛ ਏਰੀਆ ਜਿਹੜਾ ਜਿੱਥੇ ਇੱਕ ਪਾਕਿਸਤਾਨ ਨਾਲ ਲੜਾਈ ਦੇ ਵਿੱਚ ਵੀ ਆਪਾਂ ਇਹ ਨਾਮ ਬੜਾ ਸੁਣਿਆ, ਰਜੌਰੀ ਪਿੰਡ ਆ ਜੰਮੂ ਦੇ ਵਿੱਚ, ਉੱਥੇ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਹੋਇਆ ਜੀ। ਉਹਨਾਂ ਦੇ ਪਿਤਾ ਜੀ ਦਾ ਨਾਂ ਰਾਮਦੇਵ ਸੀ। ਉਹਨਾਂ ਦੀ ਮਾਤਾ ਦੇ ਨਾਂ ਬਾਰੇ ਕੋਈ ਵਿਦਵਾਨਾਂ ਨੇ ਖਾਸ ਲਿਖਿਆ ਨਹੀਂ ਹੈਗਾ, ਕਿਉਂਕਿ ਉਦੋਂ ਪਿਤਾ ਦੇ ਨਾਂ ਨਾਲ ਹੀ ਬੱਚਿਆਂ ਦੇ ਨਾਂ ਦਰਜ ਹੋ ਜਾਇਆ ਕਰਦੇ ਸੀਗੇ ਸਰਕਾਰੀ ਪੇਪਰਾਂ ਦੇ ਵਿੱਚ। ਤੇ 16 ਅਕਤੂਬਰ 1670 ਦੇ ਵਿੱਚ, ਹੁਣ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਤੋਂ ਇਹਨਾਂ ਨੂੰ ਨਾਲ ਜੋੜ ਕੇ ਦੇਖੀਏ ਕਿ ਹਮ ਉਮਰ ਸੀਗੇ। ਉਹਨਾਂ ਦਾ 66 ਦਾ ਸੀ, 70 ਦੇ ਵਿੱਚ 4 ਸਾਲ ਛੋਟੇ ਸੀ ਉਹਨਾਂ ਤੋਂ ਜੀ। ਉਹਨਾਂ ਦੀ ਉਮਰ ਦੇ ਹਾਣੀ ਸੀਗੇ। ਜਦੋਂ ਜਨਮ ਹੋਇਆ, ਰਾਜਪੂਤਾਂ ਦਾ ਘਰ ਸੀਗਾ। ਰਾਜਪੂਤਾਂ ਦੇ ਵਿੱਚ ਸ਼ਿਕਾਰ ਖੇਡਣਾ ਇੱਕ ਆਮ ਰਵਾਇਤ ਸੀ। ਛੋਟੇ ਬੱਚੇ ਨੂੰ ਲਾਡ ਪਿਆਰ ਨਾਲ ਮਾਪਿਆਂ ਨੇ ਵੱਡਾ ਕੀਤਾ। 14 ਸਾਲ ਦੀ ਉਮਰ ਸੀਗੀ ਜਦੋਂ ਉਹ ਆਪਣੇ ਦੋਸਤਾਂ ਦੇ ਨਾਲ ਸ਼ਿਕਾਰ ਖੇਡਣ ਜਾਣ ਲੱਗ ਪਏ। ਸੋ ਸਡੌਲ ਸਰੀਰ ਸੀ, ਸੋਹਣੇ ਸੁਨੱਖੇ ਨੌਜਵਾਨ ਸੀ, ਤੀਰਾਂ ਦਾ ਪੱਥਾ ਪਾ ਕੇ ਮੋਢੇ
ਤੀਰ ਕਮਾਨ ਹੱਥ ਸ਼ਮਸ਼ੀਰ ਲੈ ਕੇ ਘੋੜੇ ਤੇ ਚੜ੍ਹ ਕੇ ਸ਼ਿਕਾਰ ਖੇਡਣ 14 ਸਾਲ ਦੀ ਉਮਰ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜਾਂਦੇ ਆ। ਜੇ ਅਸੀਂ ਅੱਜ ਨਾਲ ਕੰਪੇਅਰ ਕਰੀਏ 14 ਸਾਲ ਦੇ ਬੱਚੇ ਨੂੰ ਕੁਛ ਬਹੁਤਾ ਨਹੀਂ ਪਤਾ ਹੁੰਦਾ, ਪਰ ਜਦੋਂ ਮੈਂ ਪਿੱਛੇ ਵੇਖਦਾ ਮਹਾਰਾਜਾ ਰਣਜੀਤ ਸਿੰਘ ਨੇ 14 ਸਾਲ ਦੀ ਉਮਰ ਦੇ ਆਪਣੀ ਪਹਿਲੀ ਲੜਾਈ ਜਿੱਤ ਲਈ ਸੀ। ਜਾਂ ਤਾਂ ਬੱਚੇ ਜਵਾਨ ਛੇਤੀ ਹੋ ਜਾਂਦੇ ਸੀ ਜਾਂ ਉਹਨਾਂ ਨੂੰ ਜ਼ਿੰਮੇਵਾਰੀਆਂ ਛੇਤੀ ਮਿਲ ਜਾਂਦੀਆਂ ਸੀ, ਜ਼ਿੰਮੇਵਾਰ ਹੋ ਜਾਂਦੇ ਸੀ। ਸੋ ਬਾਬਾ ਬੰਦਾ ਸਿੰਘ ਬਹਾਦਰ ਇੱਕ ਸ਼ਿਕਾਰ ਦੇ ਪਿੱਛੇ ਜਾਂਦੇ ਆ ਜੀ, ਕਿਸੇ ਮਿਰਗਣੀ ਦੇ ਪਿੱਛੇ ਘੋੜਾ ਦੜਾਇਆ ਤੇ ਇੱਕ ਤੀਰ ਚਲਾਤਾ, ਤੀਰ ਜਾ ਕੇ ਉਹਦੇ ਪੇਟ ਦੇ ਵਿੱਚ ਵੱਜਿਆ। ਉਹ ਪ੍ਰੈਗਨੈਂਟ ਸੀ, 2 ਬੱਚੇ ਸੀ ਉਹਦੇ ਵਿੱਚ, ਤੇ ਉਹ ਬਾਬਾ ਬੰਦਾ ਸਿੰਘ ਦੇ ਬਹਾਦਰ ਦੇ ਸਾਹਮਣੇ ਤੜਫ ਕੇ ਉਹ ਹਿਰਨੀ ਮਰੀ ਆ, ਉਹ 2 ਬੱਚੇ ਮਰੇ ਆ। ਇਹ ਘਟਨਾ ਇੰਨੀ ਹਿਰਦੇ ਵੇਦਕ ਸੀ। 14 ਸਾਲ ਦੇ ਬੱਚੇ ਦਾ ਮਾਸੂਮ ਦਿਲ ਪਿਘਲ ਗਿਆ ਕਿ ਮੈਂ ਕਿੱਡੀ ਵੱਡੀ ਗਲਤੀ ਕਰ ਲਈ, ਮੈਨੂੰ ਕੀ ਹੱਕ ਸੀ ਕਿਸੇ ਦੀ ਜਾਨ ਲੈਣ ਦਾ। ਘਰੇ ਆਇਆ ਬਹੁਤ ਅਪਸੈਟ, ਮਾਂ ਪਿਓ ਨੂੰ ਦੱਸਿਆ ਤਾਂ ਮਾਂ ਪਿਓ ਕਹਿੰਦੇ ਵੀ ਜਦੋਂ ਤੂੰ ਤੀਰਾਂ ਦਾ ਪੱਥਾ ਲੈ ਕੇ ਗਿਆ ਸੀ, ਘੋੜੇ ਤੇ ਚੜ੍ਹ ਕੇ ਕਿਰਪਾਨ ਹੱਥੇ ਫੜੇ, ਮਾਰਨਾ ਹੀ ਗਿਆ ਸੀ, ਕਿਸੇ ਨੂੰ ਮਾਰਨਾ ਹੀ ਸੀ, ਇਹ ਤਾਂ ਓਬਵੀਅਸ ਗੱਲ ਹੈ, ਇਹ 'ਚ ਕਿਹੜੀ ਵੱਡੀ ਗੱਲ ਆ। ਹੁਣ ਮਾਂ ਪਿਓ ਸਮਝਾ ਰਹੇ ਆ ਕਿ ਸ਼ਿਕਾਰੀਆਂ ਦੇ ਧਰਮ ਦੇ ਵਿੱਚ ਇਹ ਆਮ ਗੱਲ ਆ, ਹੋ ਜਾਇਆ ਕਰਦਾ। ਪਰ ਬੰਦਾ ਸਿੰਘ ਬਹਾਦਰ ਕੋਈ ਪਿਛਲੇ ਜਨਮਾਂ ਦੀ ਕਮਾਈ ਸੀ ਜਾਂ ਉਹਦਾ ਜੀਵਨ ਦੇ ਵਿੱਚ ਇੱਕ ਪਰਿਵਰਤਨ ਆਉਣਾ ਸੀ। ਕਹੋ ਉਹਦੇ ਦਿਲ ਨੂੰ ਗੱਲ ਲੱਗ ਗਈ, ਖੂਨ ਦੇਖ ਕੇ ਉਹਨੂੰ ਮਤਲਬ ਇੱਕ ਘਿਰਣਾ ਹੋ ਗਈ ਕਿ ਮੈਂ ਬਹੁਤ ਵੱਡਾ ਪਾਪ ਕਰ ਲਿਆ, ਇੱਕ ਗਿਲਟ ਪੈਦਾ ਹੋ ਗਈ। ਆਪਾਂ ਅੱਗੇ ਵੀ ਇੱਕ ਦਿਨ ਇੱਕ ਗਿਲਟ ਦੀ ਗੱਲ ਕਰੀ ਸੀਗੀ ਕਿ ਗਿਲਟ ਦੇ ਵਿੱਚੋਂ ਫਿਰ ਬਹੁਤ ਕੁਝ ਚੰਗਾ ਵੀ ਨਿਕਲਦਾ ਜਦੋਂ ਤੁਸੀਂ ਇੱਕ ਵਾਰੀ ਧੁਰ ਅੰਦਰੋਂ ਹਿੱਲ ਗਏ ਆ ਜੀ। ਤਾਂ ਬਾਬਾ ਬੰਦਾ ਸਿੰਘ ਬਹਾਦਰ ਥੋੜ੍ਹੇ ਜਿਹੇ ਜ਼ਿੰਦਗੀ ਤੋਂ ਆਰਾਮ ਰਹਿਣ ਲੱਗ ਗਏ। ਜੰਗਲ ਬੇਲਿਆਂ ਦੇ ਵਿੱਚ ਸਾਧੂਆਂ ਦੇ ਟੋਲੇ ਅਕਸਰ ਉਹਨਾਂ ਦੇ ਇਲਾਕੇ 'ਚ ਆਉਂਦੇ ਹੁੰਦੇ ਸੀਗੇ। ਤਾਂ ਇੱਕ ਸਾਧੂਆਂ ਦਾ ਟੋਲਾ ਉਹਨਾਂ ਦੇ ਉੱਥੇ ਪਿੰਡ ਦੇ ਵਿੱਚ ਆਇਆ, ਬਰਾਗੀ ਸਾਧੂ ਸੀ ਤੇ ਬਾਬਾ ਬੰਦਾ ਸਿੰਘ ਦਾ ਮਨ ਵੀ ਬਰਾਗੀ ਹੋਇਆ ਸੀ ਇਸ ਦੁਨੀਆ ਤੋਂ। ਸੋ ਉਹਨੂੰ ਚੰਗੀਆਂ ਲੱਗੀਆਂ ਗੱਲਾਂ। ਜਾਨਕੀ ਦਾਸ ਨਾਂ ਦੇ ਸਾਧੂਆਂ ਦਾ ਜਿਹੜਾ ਮੇਨ ਸਾਧੂ ਸੀਗਾ, ਮੁਖੀ ਸੀਗਾ, ਉਹਦੇ ਪ੍ਰਵਚਨ ਚੰਗੇ ਲੱਗੇ ਬਾਬਾ ਬੰਦਾ ਸਿੰਘ ਬਹਾਦਰ ਨੂੰ। ਤੇ ਕਿਉਂਕਿ ਉਹ ਗੱਲਾਂ ਅਧਿਆਤਮਵਾਦ ਦੀਆਂ ਹੋ ਰਹੀਆਂ ਸੀ, ਰੱਬ ਨਾਲ ਮਿਲਣ ਦੀਆਂ ਗੱਲਾਂ ਸੀ, ਦੁਨੀਆ ਤੋਂ ਉੱਚੀਆਂ ਗੱਲਾਂ ਸੀ। ਇੱਕ ਉਹਨਾਂ ਦੇ ਪਹਿਲਾਂ ਉਹ ਫਿਰ ਹਿਰਨ ਵਾਲੀ ਘਟਨਾ ਦੇ ਕਾਰਨ ਮਨ ਨੂੰ ਥੋੜਾ ਮਨ ਪਸੀਜਿਆ ਹੁੰਦਾ, ਤੇ ਉਹ ਫਿਰ ਜਦੋਂ ਉਸ ਸਮੇਂ ਉਦਾਂ ਦੀ ਸੰਗਤ ਮਿਲ ਗਈ ਤੇ ਉਹਨਾਂ ਨੂੰ ਵਧੀਆ ਲੱਗਾ। ਤੇ ਤੁਸੀਂ ਅੱਜ ਵੀ ਦੇਖਿਓ, ਜੇ ਤੁਸੀਂ ਕਿਸੇ ਗੱਲ ਤੋਂ ਦੁਖੀ ਹੋਏ ਹੋ, ਹਰਟ ਹੋਏ ਹੋ, ਤੁਸੀਂ ਗੁਰਦੁਆਰੇ ਜਾਇਓ, ਉਹੀ ਬਾਣੀ ਤੁਹਾਨੂੰ ਡਿਫਰੈਂਟ ਤਰ੍ਹਾਂ ਸਮਝ ਆਊਗੀ। ਜੀ ਬਿਲਕੁਲ। ਜੇ ਤੁਸੀਂ ਖੁਸ਼ੀ 'ਚ ਵਿਆਹ ਦੇ ਮੌਕੇ ਜਾਂਦੇ ਹੋ ਹਨਾ, ਥੋੜਾ ਉਹ ਚੜ੍ਹਾਈ ਵੱਖਰੀ ਆ ਉਸ ਵੇਲੇ, ਉਦੋਂ ਤੁਹਾਨੂੰ ਆਨੰਦ ਕਾਰਜ ਵੀ ਹੁੰਦੇ ਵੀ ਛੇਤੀ ਛੇਤੀ ਨਿਬੇੜੋ ਯਾਰ। ਆਮ ਲੋਕੀ ਕਹਿੰਦੇ ਗੁਰਦੁਆਰਿਆਂ ਦੇ ਵਿੱਚ ਛੇਤੀ ਬਾਬਾ ਜੀ ਛੇਤੀ ਕਰਿਓ ਆਨੰਦ ਕਾਰਜ ਨਿਬੇੜੋ, ਤੁਹਾਡੇ ਵਿਆਹ ਦਾ ਸਮਾਗਮ। ਆਨੰਦ ਕਾਰਜ ਤੋਂ ਬਿਨਾਂ ਵਿਆਹ ਕਾਹਦਾ, ਜੇ ਅਸੀਂ ਸੋਚੀਏ। ਪਰ ਜਦੋਂ ਤੁਹਾਡਾ ਮਨ ਪਸੀਜਿਆ ਹੁੰਦਾ ਤਾਂ ਜਾਨਕੀ ਦਾਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਆ ਕਿ ਮੈਨੂੰ ਬਾਬਾ ਜੀ ਤੁਹਾਡੀਆਂ ਗੱਲਾਂ ਬਹੁਤ ਚੰਗੀਆਂ ਲੱਗੀਆਂ ਨੇ, ਮੈਨੂੰ ਆਪਦਾ ਚੇਲਾ ਬਣਾ ਲਓ। ਇਸ ਵੇਲੇ ਤੱਕ ਉਹਨਾਂ ਦਾ ਜਿਹੜਾ ਨਾਂ ਲਛਮਣ ਦਾਸ, ਘਰਦਿਆਂ ਦਾ ਰੱਖਿਆ ਨਾਂ ਲਛਮਣ ਦਾਸ ਸੀ। ਜਾਨਕੀ ਦਾਸ ਨੇ ਦੇਖਿਆ ਸੋਹਣਾ ਸੁਨੱਖਾ ਨੌਜਵਾਨ ਆ, ਮੇਰੀ ਗੱਦੀ ਵੀ ਸੰਭਾਲ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ, ਤੇ ਇਹਨੂੰ ਇੰਨੀ ਯੰਗ ਉਮਰ ਦੇ ਵਿੱਚ ਲਗਨ ਲੱਗੀ ਹੋਈ ਆ, ਇਹਨੂੰ ਮੇਰੀਆਂ ਗੱਲਾਂ ਚੰਗੀਆਂ ਲੱਗੀਆਂ ਨੇ। ਜਵਾਨੀ ਵੇਲੇ ਤਾਂ ਅਸੀਂ ਦੇਖਦੇ ਹਾਂ ਕਿ ਬੱਚਿਆਂ ਨੂੰ ਗੁਰਬਾਣੀ ਦੀ ਗੱਲ ਤੁਸੀਂ ਕਹੋ, ਉਹ ਇਸ ਪਾਸੇ ਨੂੰ ਜਾਂਦੇ ਹੀ ਨਹੀਂ। ਪਰ ਜੇ ਕੋਈ ਬੱਚਾ ਤੁਰਿਆ ਤਾਂ ਉਹਨੂੰ ਜਾਨਕੀ ਦਾਸ ਨੇ ਸੰਭਾਲਣ ਦੀ ਕੋਸ਼ਿਸ਼ ਕੀਤੀ। ਉਹ ਕਹਿੰਦਾ ਠੀਕ ਆ, ਤੂੰ ਮੇਰੇ ਨਾਲ ਆ, ਅੱਜ ਤੋਂ ਬਾਅਦ ਮੈਂ ਤੇਰਾ ਗੁਰੂ ਤੇ ਤੂੰ ਮੇਰਾ ਚੇਲਾ। ਆਪਣੇ ਡੇਰੇ ਲੈ ਗਿਆ। ਹੁਣ ਜਾਨਕੀ ਦਾਸ ਉਦੋਂ ਸਮਾਂ 'ਚ ਕੀ ਹੁੰਦਾ ਸੀਗਾ ਕਿ ਚੇਲੇ ਵਧਾਓ, ਡੇਰਾ ਵੱਡਾ ਕਰੋ ਜੀ। ਉਹਨੇ ਸੋਚਿਆ ਜੇ ਮੈਂ ਤਾਂ ਲਛਮਣ ਦਾਸ ਨਾਂ ਰੱਖ ਲਿਆ, ਕੱਲ੍ਹ ਨੂੰ ਉਹਦੇ ਮਾਂ ਪਿਓ ਨੂੰ ਪਤਾ ਲੱਗ ਗਿਆ, ਲੱਭ ਲਭਾ ਕੇ ਮੇਰੇ ਡੇਰੇ ਪਹੁੰਚ ਗਏ, ਕਿਸੇ ਨੇ ਦੱਸਿਆ ਵੀ ਲਛਮਣ ਦਾਸ ਤੇ ਇੱਥੇ ਇੱਕ ਨਵਾਂ ਮੁੰਡਾ ਆਇਆ, ਤਾਂ ਇਹਨੂੰ ਲੈ ਜਾਣਗੇ, ਵੀ ਹੋਵੇ ਨਾ ਤਾਂ ਨਾਂ ਚੇਂਜ ਕਰੀਏ। ਉਹਨਾਂ ਨੇ ਉਹਦਾ ਨਾਮ ਬਦਲ ਕੇ ਮਾਧੋ ਦਾਸ ਬਰਾਗੀ ਰੱਖਤਾ ਕਿ ਤੂੰ ਬਹੁਤ ਬਰਾਗੀ ਆ, ਤੇ ਮਾਧੋ ਦਾਸ ਨਾਮ ਬਦਲਤਾ ਤਾਂ ਕਿ ਤੂੰ ਕਨਫਿਊਜ਼ਨ ਜਿਹਾ ਹੋ ਜਾਵੇ ਕਿਸੇ ਨੂੰ, ਕਿਉਂਕਿ ਇਹਨੇ ਸੰਚਾਰ ਸਾਧਨ ਨਹੀਂ ਸੀ, ਕੋਈ ਅਖਬਾਰ 'ਚ ਖਬਰ ਨਹੀਂ ਸੀ ਦੇ ਸਕਦੇ। ਇਹ ਇੱਕ ਬਹੁਤ ਵੱਡੀ ਘਟਨਾ ਹੈਗੀ ਜਿਹਨੇ ਸਾਡੇ ਇਤਿਹਾਸ ਦੇ ਵਿੱਚ ਕਈ ਵਖੀਵੇ ਵੀ ਖੜੇ ਕੀਤੇ ਆ। ਸਿੱਖਾਂ ਦੇ ਵਿੱਚ ਜਾਂ ਪੁਰਾਣੇ ਸਮਿਆਂ ਦੇ ਵਿੱਚ ਨਾਂ ਬਦਲ ਦਿੱਤੇ ਜਾਂਦੇ ਸੀ ਬੰਦਿਆਂ ਦੇ। ਜੇ ਤੁਸੀਂ ਧਰਮ ਬਦਲਿਆ ਤੁਹਾਡਾ ਨਾਮ ਬਦਲ ਗਿਆ। ਨਾਮ ਬਦਲਣਾ ਬੰਦੇ ਦੀ ਆਇਡੈਂਟੀਟੀ ਹੋਰ ਹੋ ਜਾਂਦੀ ਸੀ। ਫਿਰ ਭਾਈ ਜੈਤਾ ਤੋਂ ਭਾਈ ਜੀਵਨ ਸਿੰਘ ਬਣ ਗਿਆ, ਪਤਾ ਨਹੀਂ ਲੱਗਦਾ ਕਿ ਇਹ ਸੇਮ ਹੀ ਬੰਦਾ ਜਿਹੜਾ ਪਹਿਲਾਂ ਭਾਈ ਜੈਤਾ ਸੀ, ਅਮਰ ਛਕ ਕੇ ਜੀਵਨ ਸਿੰਘ ਬਣ ਗਿਆ, ਨਾਮ ਬਦਲਿਆ ਗਿਆ। ਸੋ ਬਾਬਾ ਬੰਦਾ ਸਿੰਘ ਬਹਾਦਰ ਨੂੰ ਦੂਜਾ ਨਾਮ ਮਿਲ ਗਿਆ ਜੀ, ਲਛਮਣ ਦਾਸ ਤੋਂ ਮਾਧੋ ਦਾਸ ਬਰਾਗੀ ਬਣ ਗਏ। ਹੁਣ ਮਾਧੋ ਦਾਸ ਬਰਾਗੀ ਕੁਛ ਸਮਾਂ ਜਾਨਕੀ ਦਾਸ ਗੁਰੂ ਦੀ ਸੇਵਾ ਦੇ ਵਿੱਚ ਰਹੇ। ਉਹਨਾਂ ਨੇ ਧਰਮ, ਅਧਿਆਤਮਵਾਦ, ਵਿਦਾਂਤ ਪੜ੍ਹਿਆ, ਉਹ ਉੱਚੀਆਂ ਮੰਜ਼ਲਾਂ ਦੀਆਂ ਗੱਲਾਂ ਤੈਅ ਕੀਤੀਆਂ, ਅਤੇ ਆਪਦੇ ਗੁਰੂ ਦਾ ਬੜਾ ਪਿਆਰ ਸੀਗਾ। ਜਾਨਕੀ ਦਾਸ ਨੂੰ ਰੱਬ ਵਾਂਗ ਪੂਜਦੇ ਸੀ। ਜਿੱਥੇ ਜਾਂਦੇ ਸੀ ਜਾਨਕੀ ਦਾਸ ਵੀ
ਮਾਧੋ ਦਾਸ ਬਰਾਗੀ ਨੂੰ ਆਪਣੇ ਹਮੇਸ਼ਾ ਨਾਲ ਰੱਖਦਾ ਸੀ। ਪਰ ਉਹਨਾਂ ਸਮਿਆਂ ਦੀ ਜਿਹੜੀ ਅਸਲੀਅਤ ਇਹ ਆ ਕਿ ਹਰ ਗੁਰੂ ਕਹਿੰਦਾ ਸੀ ਮੇਰੇ ਚੇਲੇ ਬਹੁਤੇ ਹੋਣ। ਚੇਲਿਆਂ ਦੇ ਨੰਬਰ ਵਧਾਉਣ ਦੀ ਅੱਜ ਵੀ ਡੇਰੇਦਾਰਾਂ ਨੂੰ ਇਹੀ ਹੁੰਦੀ ਆ। ਅਸੀਂ ਦੇਖਿਆ ਕਿ ਆਪਦਾ ਡੇਰਾ ਵੱਡਾ ਕਰਨਾ, ਡੇਰਿਆਂ ਦੇ ਵਿੱਚ ਚੇਲਿਆਂ ਦੇ ਨੰਬਰ ਵਧਾਉਣੇ ਆ, ਫਿਰ ਪੋਲੀਟੀਕਲ ਪਾਵਰਾਂ ਨੂੰ ਵੀ ਮਤਲਬ ਮੋਲਡ ਕਰ ਲੈਣਾ ਹੈਗਾ। ਸੋ ਆਪਣੇ ਚੇਲੇ ਵਧਾਉਣ ਦੇ ਚੱਕਰ ਦੇ ਵਿੱਚ ਜਾਨਕੀ ਦਾਸ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਣੇ ਨਾਲ ਲੈ ਗਏ। ਅਸੀਂ ਗੱਲਬਾਤ ਕਰ ਰਹੇ ਸੀ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਦੇ ਜੀਵਨ ਬਾਰੇ ਕਿ ਆਖਰਕਾਰ ਬਾਬਾ ਬੰਦਾ ਸਿੰਘ ਬਹਾਦਰ ਲਕਸ਼ਮਣ ਦਾਸ ਤੋਂ ਮਾਧੋ ਦਾਸ ਬਰਾਗੀ ਕਦੋਂ ਬਣ ਗਏ। ਹੁਣ ਜਿਵੇਂ ਸਮਰਤ ਸਾਹਿਬ ਤੁਸੀਂ ਦੱਸਿਆ ਵੀ ਆਪਣੇ ਚੇਲੇ ਵਧਾਉਣ ਦੇ ਕਾਰਨ ਜਿਹੜਾ ਉਦੋਂ ਦਾ ਉਹਨਾਂ ਦੇ ਗੁਰੂ ਨੇ ਉਹਨਾਂ ਨੂੰ ਲਕਸ਼ਮਣ ਦਾਸ ਤੋਂ ਉਹਨਾਂ ਦੀ ਆਇਡੈਂਟੀ ਚੇਂਜ ਕਰਕੇ ਮਾਧੋ ਦਾਸ ਬਰਾਗੀ ਬਣਾਤੀ। ਬਿਲਕੁਲ। ਅੱਗੇ ਕੀ ਹੋਇਆ ਜੀ ਫਿਰ? ਉੱਥੋਂ ਥਾਵਾਂ ਤੇ ਜਾਂਦੇ ਆ ਜੀ ਪ੍ਰਚਾਰ ਦੇ ਵਿੱਚ, ਘੁੰਮਦੇ ਫਿਰਦੇ ਚੱਲਦਾ ਵਹੀਰ ਜੀ ਨੂੰ ਅਸੀਂ ਸਿੱਖੀ ਦੇ ਵਿੱਚ ਕਹਿ ਦਿੰਦੇ ਆ ਜੀ। ਤਾਂ ਲਾਹੌਰ ਦੇ ਲਾਗੇ ਇੱਕ ਮੇਲਾ ਲੱਗਦਾ ਸੀ। ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਜੀਵਨ ਪੜ੍ਹਦੇ ਆ ਉਦੋਂ ਨਾ ਸਿੱਧਾ ਨਾ ਗੋਸ਼ਟ ਹੋਈ, ਸਮੇਰ ਪਰਬਤ ਤੇ ਹੋਈ, ਬਾਬੇ ਬਕਾਲੇ ਹੋਈ, ਕਈ ਥਾਵਾਂ ਤੇ ਡਿਬੇਟ ਹੁੰਦੀ ਸੀਗੀ। ਉਹ ਡਿਬੇਟ ਕੀ ਸੀਗੀ ਕਿ ਜਿਹੜਾ ਜਿੱਤ ਗਿਆ ਡਿਬੇਟ ਦੇ ਵਿੱਚ, ਜਿਹੜਾ ਹਾਰ ਗਿਆ, ਹਾਰੇ ਹੋਏ ਦੇ ਚੇਲੇ ਆ ਜਿਹੜੇ ਉਹ ਜਿੱਤੇ ਦੇ ਨਾਲ ਜਾਣਗੇ, ਬਈ ਉਹਦਾ ਗਰੁੱਪ ਵੱਡਾ ਹੋ ਜਾਣਾ। ਚੇਲੇ ਕਹਿੰਦੇ ਸੀ ਜੇ ਬਾਬਾ ਤੂੰ ਹਾਰ ਹੀ ਗਿਆ ਡਿਬੇਟ ਦੇ ਵਿੱਚ, ਹੁਣ ਤੇਰੇ ਮਗਰ ਕੀ ਤੁਰਨਾ, ਫਿਰ ਜਿੱਤਣ ਵਾਲੇ ਦੇ ਮਗਰ ਤੁਰਾਂਗੇ ਅਸੀਂ। ਤੇ ਨਾਲ ਦੀ ਨਾਲ ਹੁੰਦਾ ਵੀ ਜਿੰਨੇ ਗ੍ਰੰਥ ਇੱਕ ਬੰਦੇ ਕੋਲ ਇਕੱਠੇ ਕੀਤੇ ਹੋਇਆ ਗੱਡਾ ਭਰਿਆ ਹੋਇਆ, ਜੇ ਉਹ ਹਾਰ ਗਿਆ ਬਹਿਸ ਦੇ ਵਿੱਚ, ਡਿਬੇਟ ਦੇ ਵਿੱਚ, ਤਾਂ ਉਹ ਗ੍ਰੰਥ ਵੀ ਜਿੱਤਣ ਵਾਲੇ ਬੰਦੇ ਕੋਲ ਜਾਣਗੇ। ਅੱਛਾ। ਇੱਦਾਂ ਦੀ ਕੰਡੀਸ਼ਨ ਇੱਕ ਪਰੰਪਰਾ ਰਹੀ ਆ। ਅੱਛਾ। ਲਾਹੌਰ ਦੇ ਲਾਗੇ ਇੱਕ ਮੇਲਾ ਲੱਗਿਆ। ਉਹ ਮੇਲੇ ਤੇ ਜਿਹੜਾ ਮਾਧੋ ਦਾਸ ਬਰਾਗੀ ਆਪਣੇ ਗੁਰੂ ਜਾਨਕੀ ਦਾਸ ਦੇ ਨਾਲ ਮੇਲੇ ਤੇ ਜਾਂਦਾ ਤੇ ਉੱਥੇ ਉਹਨਾਂ ਦੇ ਗੁਰੂ ਦੀ ਆ ਜਿਹੜੀ ਇੱਕ ਤੁਸੀਂ ਕਹਿ ਲਓ ਡਿਬੇਟ ਹੋ ਗਈ ਆ ਜੀ ਰਾਮ ਜੀ ਦਾਸ ਨਾਲ। ਉਹ ਇੱਕ ਹੋਰ ਵੱਡਾ ਸੰਤ ਸੀਗਾ ਉਸ ਸਮੇਂ ਦਾ। ਅੱਛਾ। ਤਾਂ ਉਹਨਾਂ ਦੀ ਡਿਬੇਟ ਹੋਈ ਤੇ ਬਾਬਾ ਬੰਦਾ ਸਿੰਘ ਬਹਾਦਰ ਮਾਧੋ ਦਾਸ ਬਰਾਗੀ ਦੇ ਰੂਪ 'ਚ ਬੈਠੇ ਆ, ਸੁਣਦੇ ਆ। ਉਹ ਕਹਿੰਦੇ ਵੀ ਆਹ ਮੇਰੇ ਵਾਲਾ ਜਿਹੜਾ ਗੁਰੂ ਆ ਜਾਨਕੀ ਦਾਸ, ਇਹ ਤਾਂ ਕੁਛ ਵੀ ਨਹੀਂ ਹੈਗਾ ਇਸ ਬਾਬੇ ਦੇ ਮੂਹਰੇ। ਜਿਹੜਾ ਰਾਮ ਜੀ ਦਾਸ ਆਇਆ ਉਹਨੇ ਬਦਾਂਤ ਦੀਆਂ ਇਹੋ ਜਿਹੀਆਂ ਗੱਲਾਂ ਅਧਿਆਤਮਵਾਦ ਦੀਆਂ ਕੀਤੀਆਂ ਕਿ ਜਾਨਕੀ ਦਾਸ ਹਥਿਆਰ ਛੱਡ ਗਿਆ। ਅੱਛਾ। ਤੇ ਬੰਦਾ ਸਿੰਘ ਬਹਾਦਰ ਕਹਿੰਦਾ ਬਾਬਾ ਹੁਣ ਮੈਂ ਤਾਂ ਰਾਮ ਜੀ ਦਾਸ ਨਾਲ ਜਾਊਂ। ਮਾਧੋ ਦਾਸ ਬਰਾਗੀ ਨੇ ਆਪਣੇ ਗੁਰੂ ਦਾ ਖੇੜਾ ਛੱਡਿਆ, ਹੁਣ ਉਹ ਰਾਮ ਜੀ ਦਾਸ ਦੇ ਨਾਲ ਜੁੜ ਗਿਆ। ਸਾਰਾ ਹੀ ਜਥਾ ਨਾਲ ਤੁਰ ਪੈਂਦਾ ਹੁੰਦਾ ਸੀ ਉਧਰ ਉਹਨਾਂ ਦੇ, ਮਤਲਬ ਥੋੜੀ ਚੋਇਸ ਆ ਫਿਰ ਚੇਲਿਆਂ ਦੀ। ਅੱਛਾ। ਸੀ ਨੇ ਪਹਿਲਾਂ ਵਾਲੇ ਨਾਲ ਰਹਿਣਾ, ਇਹਨੇ ਦੂਜੇ ਨਾਲ ਜਾਣਾ। ਹੁਣ ਤੁਸੀਂ ਮੈਂ ਸਾਹਿਤ ਪੜ੍ਹਿਆ, ਸਾਹਿਤ ਦਾ ਵਿਦਿਆਰਥੀ ਆ। ਸਾਡੇ ਦੋ ਤਰ੍ਹਾਂ ਦੇ ਕਰੈਕਟਰ ਹੁੰਦੇ ਆ। ਤੁਸੀਂ ਕੋਈ ਫਿਲਮ ਦੇਖੋ, ਇੱਕ ਬੰਦਾ ਫਿਲਮ ਦੇ ਸ਼ੁਰੂ 'ਚ ਬੈਡ ਬੰਦਾ ਜੀ, ਸਾਰੀ ਫਿਲਮ ਮੁੱਕ ਜਾਂਦੀ ਆ, ਉਹ ਜਿਹਾ ਹੀ ਰਹਿੰਦਾ, ਪੁੱਠੇ ਕੰਮ ਕਰਦਾ। ਇੱਕ ਕਰੈਕਟਰ ਹੁੰਦੇ ਆ, ਉਹਨੂੰ ਅਸੀਂ ਮੋਲਡਿੰਗ ਕਰੈਕਟਰ ਕਹਿੰਦੇ ਆ, ਜਿਹੜੇ ਮੋਲਡ ਹੋ ਜਾਂਦੇ ਆ ਜੀ। ਉਹ ਸ਼ੁਰੂ 'ਚ ਬੈਡ ਸੀ ਪਰ ਘਟਨਾਵਾਂ ਉਹਨੂੰ ਹੌਲੀ ਹੌਲੀ ਚੇਂਜ ਕਰਦੀਆਂ ਨੇ। ਸੋ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਨੂੰ ਜਦੋਂ ਅਸੀਂ ਪੜ੍ਹਦੇ ਆ ਨਾ, ਉਹ ਬਹੁਤ ਮੋਲਡ ਹੋਏ ਆ। ਸ਼ਿਕਾਰੀ ਸੀ, ਸ਼ਿਕਾਰੀ ਤੋਂ ਬਲੱਡ ਨੂੰ ਦੇਖ ਕੇ ਇੱਕਦਮ ਬਰਾਗੀ ਹੋ ਗਏ। ਬਰਾਗੀ ਹੋ ਕੇ ਗੁਰੂ ਧਾਰਨ ਕਰ ਲਿਆ। ਗੁਰੂ ਨਾਲੋਂ ਇੱਕ ਹੋਰ ਚੰਗਾ ਗੁਰੂ ਮਿਲ ਗਿਆ, ਉਹਦੇ ਨਾਲ ਜੁੜ ਗਏ। ਸੋ ਉਹਨਾਂ ਦੇ ਜੀਵਨ ਦੇ ਵਿੱਚ ਤਬਦੀਲੀ ਆਉਂਦੀ ਰਹੀ ਹੈ। ਉਹ ਤੋਂ ਬਾਅਦ ਗੁਰੂ ਸਾਹਿਬ ਨੂੰ ਮਿਲਦੇ ਆ, ਫਿਰ ਅਖੀਰ ਦੇ ਵਿੱਚ ਕਿੱਥੇ ਜਾ ਗੱਲ ਕਹਾਣੀ ਖਤਮ ਹੁੰਦੀ ਆ। ਸੋ ਹੁਣ ਰਾਮ ਜੀ ਦਾਸ ਦੇ ਨਾਲ ਤੀਰਥ ਸਥਾਨਾਂ ਦੀ ਯਾਤਰਾ ਕਰਦੇ ਆ। ਉਹਨੂੰ ਬੜਾ ਚੰਗਾ ਲੱਗਿਆ ਕਿ ਮੈਨੂੰ ਹੁਣ ਸੱਚਾ ਗੁਰੂ ਮਿਲਿਆ, ਹੁਣ ਮੇਰੀ ਗਤੀ ਹੋ ਜਾਊਗੀ। ਤੀਰਥ ਦਰਸ਼ਨ ਕਰਦੇ ਕਰਦੇ ਨੰਦੇੜ ਦੀ ਧਰਤੀ ਦੇ ਲਾਗੇ ਉੱਥੇ ਪਹੁੰਚਦੇ ਆ। ਉੱਥੇ ਰਾਮ ਜੀ ਦਾਸ ਦੀ ਇੱਕ ਹੋਰ ਸਾਧੂ ਨਾਲ ਡਿਬੇਟ ਹੁੰਦੀ ਆ। ਅੱਛਾ। ਉਹ ਮਤਲਬ ਉਹ ਤੋਂ ਵੀ ਸਿਰੇ ਸੀ, ਉੱਤੇ ਵਾਲਾ ਸੀ। ਫਿਰ ਉਹਨਾਂ ਨਾਲ ਚਲੇ ਗਏ। ਉਗੜਨਾਥ ਉਹਨਾਂ ਦਾ ਨਾਂ ਸੀ, ਜੋਗੀਆਂ ਦੇ ਬੜੇ ਤਕੜੇ ਸਾਧੂ ਸੀ ਉਸ ਸਮੇਂ ਦੇ। ਉਗੜਨਾਥ ਨਾਲ ਜਦੋਂ ਡਿਬੇਟ ਹੋਈ ਤਾਂ ਰਾਮ ਜੀ ਦਾਸ ਹਾਰ ਗਏ। ਅੱਛਾ। ਤੇ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਵੀ ਨਹੀਂ, ਹਾਰੇ ਹੋਏ ਨਾ ਨਹੀਂ ਰਹਿਣਾ, ਹੁਣ ਤਾਂ ਉਗੜਨਾਥ ਨਾਲ ਜਾਊਂਗਾ ਮੈਂ ਤਾਂ। ਅੱਛਾ, ਤੀਸਰੇ ਥਾਂ ਹੀ ਆ ਗਏ। ਤੀਸਰੇ ਥਾਂ ਚਲੇ ਗਏ। ਹੁਣ ਜਿਹੜਾ ਉਗੜਨਾਥ ਆ ਉਹਦੇ ਲਈ ਦੋ ਤਿੰਨ ਗੱਲਾਂ ਮਸ਼ਹੂਰ ਸੀ ਵੀ ਇੱਕ ਉਹਦੇ ਕੋਲ ਰਿਧੀਆਂ ਸਿੱਧੀਆਂ ਦੀ ਕਿਤਾਬ ਸੀ ਇੱਕ। ਅੱਛਾ। ਇੱਕ ਉਹਦਾ ਡੇਰਾ ਬਹੁਤ ਵੱਡਾ ਸੀ, ਕਮਾਲ ਦਾ ਵੱਡਾ ਸਿਲਸਿਲਾ ਸੀਗਾ, ਡੇਰਾ ਸੀਗਾ ਉਹਦਾ। ਅਤੇ ਦੂਜੀ ਉਹਦੇ ਕੋਲ ਕਿਤਾਬ ਸੀ, ਉਹਦੇ ਵਿੱਚ ਕਹਿੰਦੇ ਰਿਧੀਆਂ ਸਿੱਧੀਆਂ ਦੇ ਮੰਤਰ ਸੀਗੇ। ਰਿਧੀਆਂ ਸਿੱਧੀਆਂ ਬਾਰੇ ਜੇ ਆਪਾਂ ਗੱਲ ਕਰੀਏ, ਸਿੱਖਜ਼ਮ ਦੇ ਵਿੱਚ ਗੁਰਬਾਣੀ ਦੇ ਵਿੱਚ ਵੀ ਕਿਹਾ ਰਿੱਧ ਸਿੱਧ ਔਰਾ ਸਾਧ, ਵੀ ਦੂਜਿਆਂ ਦਾ ਸਵਾਦ ਹੈ, ਗੁਰਮੁਖਾਂ ਦਾ ਨਹੀਂ। ਪਰ ਗੁਰਬਾਣੀ ਨੇ ਇਹਨੂੰ ਕੰਡੈਮ ਨਹੀਂ ਕੀਤਾ, ਇਹ ਨਹੀਂ ਕਿਹਾ ਵੀ ਇਹ ਨਹੀਂ ਹੁੰਦੀਆਂ। ਉਹ ਕਹਿੰਦੇ ਹੁੰਦੀਆਂ ਨੇ, ਪਰ ਇਹ ਸਿੱਖਾਂ ਲਈ ਨਹੀਂ ਹੈਗੀਆਂ, ਇਹਨਾਂ ਦੇ ਚੱਕਰ 'ਚ ਨਹੀਂ ਪੈਣਾ, ਇਹਨਾਂ ਤੋਂ ਬਚ ਕੇ ਅਗਲੀਆਂ ਮੰਜ਼ਿਲਾਂ ਵੱਲ ਨੂੰ ਜਾਣਾ। ਪਰ ਇੱਥੇ ਮਾਧੋ ਦਾਸ ਬਰਾਗੀ ਸੋਚਦਾ ਵੀ ਦੇਖੋ ਇਹ ਸ਼ਕਤੀਆਂ ਇਸ ਬਾਬੇ ਕੋਲੇ,
ਇਹਦੇ ਚੱਲੇ ਬਣਦੇ ਆ। ਹੁਣ ਉਹ ਔਗੜਦਾਸ ਦੇ ਚੇਲੇ ਬਣ ਗਏ ਤੇ ਵੱਡਾ ਡੇਰਾ ਸੀ ਔਗੜਦਾਸ ਦੇ ਮੁਖੀ ਚੇਲਿਆਂ ਦੇ ਵਿੱਚ ਉਹਨਾਂ ਦਾ ਸ਼ੁਮਾਰ ਹੋ ਗਿਆ ਵੀ ਮੇਨ ਕਰਤਾ ਧਰਤਾ ਸੀ। ਥੋੜ੍ਹੇ ਚਿਰ ਬਾਅਦ ਔਗੜਦਾਸ ਆ ਜਿਹੜਾ ਉਹ ਇਸ ਸੰਸਾਰ ਤੋਂ ਕੂਚ ਕਰ ਜਾਂਦਾ ਤੇ ਉਸ ਗੱਦੀ ਦੇ ਮਾਲਕ ਮਾਧੋ ਦਾਸ ਬਰਾਗੀ ਬਣ ਜਾਂਦੇ ਆ। ਅੱਛਾ। ਉਹ ਬਣਿਆ ਬਣਾਇਆ ਡੀਸੈਂਟ ਡੇਰਾ ਤੇ ਇੱਕ ਉਹ ਜਿਹੜੀ ਕਮਾਲ ਦੀ ਕਿਤਾਬ ਸੀਗੀ ਰਿਧੀਆਂ ਸਿੱਧੀਆਂ ਵਾਲੀ ਉਹ ਮਿਲ ਗਈ, ਉਹ ਇਹਨਾਂ ਨੂੰ ਮਿਲ ਜਾਂਦੀ ਆ। ਹੁਣ ਉਹ ਰਿਧੀਆਂ ਸਿੱਧੀਆਂ ਦੀ ਕਮਾਈ ਕਰ ਲਈ ਮਾਧੋ ਦਾਸ ਬਰਾਗੀ ਨੇ। ਕਮਾਈ ਕਰਕੇ ਜਦੋਂ ਹੁਣ ਤੁਸੀਂ ਦੇਖੋ ਜਿਹੜਾ ਚੋਰ ਹੈ, ਚੋਰ ਨੂੰ ਆਪਣੇ ਕੰਮ ਦਾ ਹੰਕਾਰ ਨਹੀਂ ਹੁੰਦਾ, ਕੰਮ ਹੀ ਘਟੀਆ ਕਰ ਰਿਹਾ ਉਹ, ਹੰਕਾਰ ਕਾਹਦਾ ਹੋਊ? ਧਾਰਮਿਕ ਬੰਦੇ ਨੂੰ ਮਾਰਦਾ ਹੀ ਹੰਕਾਰ ਹੈ। ਉਹਨੂੰ ਹੁੰਦਾ ਕਿ ਮੈਂ ਵਧੀਆ ਕੰਮ ਕਰਦਾ, ਮੇਰੇ ਕੋਲ ਸ਼ਕਤੀ ਹੈ, ਮੈਂ ਜੋ ਮਰਜ਼ੀ ਕਰ ਸਕਦਾ। ਹੁਣ ਉਹਨੇ ਜਿਹੜਾ ਡੇਰਾ ਸੀ ਉਹਦੇ ਵਿੱਚ ਇੱਕ ਪੰਚਪੱਟੀ ਬਣਾਈ ਸੀਗੀ, ਜਿਵੇਂ ਕਹ ਲਓ ਆਪਾਂ ਵਰਾਂਡਾ ਟਾਈਪ ਇੱਕ ਚੀਜ਼ ਹੈ ਮਿਡਲ ਦੇ ਵਿੱਚ, ਜਾਂ ਆਪਣੇ ਜਿਵੇਂ ਇੱਥੇ ਗਜ਼ੀਬੋ ਕਹਿੰਦੇ ਆ, ਘਰਾਂ ਦੇ ਪਿੱਛੇ ਗਜ਼ੀਬੋ ਬਣੇ ਹੁੰਦੇ, ਇਦਾਂ ਦੀ ਥਾਂ ਸੀ ਵੀ ਜਿੱਥੇ ਤੁਸੀਂ ਇਕਾਂਤ ਬਗੀਚੀ ਦੇ ਵਿੱਚ ਬਹਿੰਦੇ ਹੋ। ਸਮਝ ਕੇ ਜਿੱਦਾਂ ਪੁਰਾਣੇ ਘਰ ਖਾਲੀ ਜਗ੍ਹਾ ਹੁੰਦੀ ਸੀ ਵਿੱਚ ਉਹਦੇ ਉਹ ਜਗ੍ਹਾ। ਉਹ ਪੰਚਪੱਟੀ ਦੇ ਵਿੱਚ ਇੱਕ ਪਲੰਘਾ ਲਾਇਆ ਸੀ, ਉਹਨੂੰ ਬਣਾਇਆ ਸੀ ਜਿਵੇਂ ਕਹ ਲਓ ਅੱਜ ਦੇ ਸਮੇਂ 'ਚ ਆਪਾਂ ਡਰਾਇੰਗ ਰੂਮ, ਵੀ ਆਏ ਗਏ ਨੂੰ ਇੱਥੇ ਬਿਠਾਉਣਾ। ਤਾਂ ਮਾਧੋ ਦਾਸ ਕੋਲ ਸ਼ਕਤੀਆਂ ਸੀ, ਜਿਹੜਾ ਕੋਈ ਫਕੀਰ ਫਕਰ ਆ ਜਾਂਦਾ ਸੀ ਉਸ ਇਲਾਕੇ 'ਚ ਘੁੰਮਦਾ ਫਿਰਦਾ, ਉਹਨੂੰ ਮੰਜੇ ਤੇ ਬਿਠਾ ਕੇ ਪਲੰਘ ਤੇ ਆਪਣੀ ਪਾਵਰ ਨਾਲ ਮੱਝਾ ਮੁੱਧਾ ਮਾਰ ਦਿੰਦਾ ਸੀ। ਅੱਛਾ। ਉਹਦੀ ਹੁੰਦੀ ਸੀ ਬੇਇੱਜ਼ਤੀ ਤੇ ਆਪ ਖੁਸ਼ ਹੁੰਦਾ ਸੀ, ਕਹਿੰਦਾ ਸੀ ਵੇਖਿਆ ਕਿਹਦੇ ਨਾਲ ਪੰਗਾ ਲਿਆ। ਹੁਣ ਉਹ ਹੰਕਾਰ ਜਿਹੜਾ ਪੈਦਾ ਹੋ ਗਿਆ, ਉਹਨੇ ਭਗਤੀ ਵਾਲੀ ਲਾਈਨ ਤੋਂ ਮਾਧੋ ਦਾਸ ਬਰਾਗੀ ਨੂੰ ਥੜਕਾਤਾ। ਹੁਣ ਆਪਾਂ ਇਹ ਲੜੀ ਨੂੰ ਇੱਥੇ ਛੱਡ ਕੇ ਮਾੜਾ ਜਿਹਾ ਦੂਜੇ ਪਾਸੇ ਚੱਲਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨਾਲ ਫਿਰ ਮੇਲ ਕਿਵੇਂ ਹੁੰਦਾ। ਠੀਕ ਹੈ। ਉਹ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਤੋਂ ਹੁੰਦੇ ਹੋਏ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੂੰ ਤਖਤ ਦਵਾ ਕੇ ਉਹ ਤੋਂ ਬਾਅਦ ਉਹ ਰਾਜਸਥਾਨ ਵਿੱਚ ਦੀ ਹਜ਼ੂਰ ਸਾਹਿਬ ਵੱਲ ਨੂੰ ਜਾ ਰਹੇ। ਤਾਂ ਰਾਜਸਥਾਨ ਦੇ ਵਿੱਚ ਇੱਕ ਦਾਦੂ ਫਕੀਰ ਦਾ ਬਹੁਤ ਵੱਡਾ ਡੇਰਾ, ਤੇ ਉਹਦਾ ਜਿਹੜਾ ਉਸ ਸਮੇਂ ਦਾ ਮੁਖੀ ਸੀਗਾ ਉਸ ਡੇਰੇ ਦਾ, ਉਹਦੇ ਕੋਲੇ ਗੁਰੂ ਸਾਹਿਬ ਉੱਥੇ ਰੁਕੇ ਤਾਂ ਉੱਥੇ ਦੀ ਇੱਕ ਘਟਨਾ ਮੈਂ ਨਾਲ ਛੋਟੀ ਜਿਹੀ ਵਿੱਚ ਆਪਾਂ ਸਾਂਝੀ ਕਰੀਏ ਕਿ ਗੁਰੂ ਸਾਹਿਬ ਨੇ ਆਪਣੇ ਤੀਰ ਨੂੰ ਨੀਵਾਂ ਕਰਕੇ ਉਹਦੀ ਸਮਾਧ ਤੇ, ਜਿਵੇਂ ਆਪਾਂ ਕਹਿੰਦੇ ਹਾਂ ਕਿ ਨਮਸਕਾਰ ਕੀਤੀ, ਸਿਰ ਨਹੀਂ ਨਮਾਇਆ, ਤੀਰ ਨਾਲ ਨਮਸਕਾਰ ਕਰਤੀ। ਤਾਂ ਸਿੱਖਾਂ ਨੇ ਕਹਿੰਦੇ ਮਹਾਰਾਜ ਸਾਨੂੰ ਤੁਸੀਂ ਕਿਹਾ ਕਿ ਮੜੀਆਂ ਨਹੀਂ ਪੂਜਣੀਆਂ, ਦੇਰੇ ਨਹੀਂ ਪੂਜਣੇ, ਤੁਸੀਂ ਤਾਂ ਇਹ ਮਤਲਬ ਇਹ ਤਾਂ ਗਲਤ ਗੱਲ ਕੀਤੀ ਹੈ ਤੁਸੀਂ। ਗੁਰੂ ਸਾਹਿਬ ਕਹਿੰਦੇ ਮੈਂ ਤੁਹਾਨੂੰ ਚੈੱਕ ਕਰਦਾ ਸੀ ਵੀ ਤੁਹਾਨੂੰ ਯਾਦ ਆ ਮੈਂ ਤੁਹਾਨੂੰ ਕੀ ਦੱਸਿਆ ਹੋਇਆ। ਕਹਿੰਦੇ ਨਾ ਇੱਦਾਂ ਨਹੀਂ, ਅਸੀਂ ਹੁਣ ਮੰਨਦੇ, ਅਸੀਂ ਸਜ਼ਾ ਲਾਵਾਂਗੇ। ਉੱਥੇ ਗੁਰੂ ਸਾਹਿਬ ਨੂੰ ਸਜ਼ਾ ਲਈ ਸਿੱਖਾਂ ਨੇ ਕਿ ਇੰਨੀ ਦੇਗ ਬਣਾ ਕੇ ਖਾਲਸੇ ਨੂੰ ਛਕਾਓ। ਹੁਣ ਉੱਥੇ ਇੱਕ ਘਟਨਾ ਵਾਪਰਦੀ ਆ, ਜਦੋਂ ਗੁਰੂ ਸਾਹਿਬ ਉੱਥੋਂ ਜਾਣ ਲੱਗੇ ਤਾਂ ਜਿਹੜਾ ਉੱਥੇ ਹੁਣ ਮਹੰਤ ਬੈਠਾ, ਉਹਨੂੰ ਕਹਿੰਦੇ ਵੀ ਦਾਦੂ ਫਕੀਰ ਦੇ ਬਾਰੇ ਬਹੁਤ ਸੁਣਿਆ, ਬੜੇ ਦੋਹਰੇ ਉਹਦੇ ਪੜ੍ਹੇ ਆ, ਵੀ ਸਾਨੂੰ ਉਹਦੀ ਕੋਈ ਗੱਲ ਸੁਣਾਓ, ਤੁਹਾਡੇ ਸਥਾਨ 'ਤੇ ਆਏ ਆ। ਤਾਂ ਉਹਨੇ ਇੱਕ ਗੱਲ ਸੁਣਾਈ। ਉਹਨੇ ਕਿਹਾ ਵੀ ਦੇਖੋ ਸਾਡੇ ਦਾਦੂ ਫਕੀਰ ਨੇ ਨਾ ਕੁਛ ਗੱਲਾਂ ਕੀਤੀਆਂ ਨੇ ਬੜੀਆਂ ਵਧੀਆ। ਉਹਨੇ ਇੱਕ ਦਾਦੂ ਦਾ ਦੋਹਰਾ ਪੜ੍ਹ ਕੇ ਸੁਣਾਇਆ। ਉਹ ਦੋਹਰਾ ਕਹਿੰਦਾ ਵੀ ਦਾਦੂ ਦਾਵੇ ਦੂਰ ਕਰ ਕਲਕਾ ਕੀਤੇ ਭਾਓ, ਵੀ ਦਾਵੇ ਨਹੀਂ ਬੰਦੇ ਨੂੰ ਬੰਨਣੇ ਚਾਹੀਦੇ, ਦਾਵੇ ਦੂਰ ਕਰ ਦਿੰਦੇ ਆ। ਕਲਯੁਗ ਦੇ ਵਿੱਚ ਡਰ ਕੇ ਰਹਿਣਾ ਚਾਹੀਦਾ, ਸਮੇਂ ਤੋਂ ਡਰਨਾ ਚਾਹੀਦਾ। ਜੇ ਕੋਈ ਮਾਰੇ ਇੱਟ ਢੀਮ ਅੱਗੇ ਸੀਸ ਝੁਕਾਓ। ਕਹਿੰਦੇ ਜੇ ਤੁਹਾਡੇ ਕੋਈ ਪੱਥਰ ਮਾਰੇ, ਦਾਦੂ ਜੀ ਨੇ ਕਿਹਾ ਕਿ ਪੱਥਰ ਚੱਕ ਕੇ ਉਹਦੇ ਸਿਰ 'ਤੇ ਧਰ ਲਓ, ਨਿਮਰਤਾ 'ਚ ਹੋ ਜਾਓ। ਗੁਰੂ ਸਾਹਿਬ ਕਹਿੰਦੇ ਵੀ ਪਰ ਅਸੀਂ ਤਾਂ ਨਹੀਂ ਆਪਦੇ ਸਿੱਖਾਂ ਨੂੰ ਇਹ ਕਹਿੰਦੇ। ਉਹ ਕਹਿੰਦੇ ਤੁਸੀਂ ਕੀ ਕਹਿੰਦੇ ਹੋ? ਗੁਰੂ ਸਾਹਿਬ ਕਹਿੰਦੇ ਇਹ ਗੱਲ ਵੱਖਰੀ ਹੈ ਕਿ ਅਸੀਂ ਨਿਮਰਤਾ, ਜਦੋਂ ਅਸੀਂ ਨਿਮਰਤਾ 'ਚ ਹੁੰਦੇ ਹਾਂ ਨਾ, ਅਸੀਂ ਬਹੁਤ ਨਿਮਰਤਾ 'ਚ ਹੁੰਦੇ ਹਾਂ। ਉਹ ਕਹਿੰਦੇ ਬਾਬਾ ਫਰੀਦ ਜੀ ਦਾ ਇੱਕ ਸਲੋਕ ਗੁਰੂ ਸਾਹਿਬ ਨੇ ਉੱਥੇ ਉਹਨਾਂ ਨੂੰ ਸੁਣਾਇਆ, ਕਹਿੰਦੇ ਜੇ ਤੋਂ ਮਾਰੇ ਮੁੱਕੀਆਂ ਤਿਨਾਂ ਨਾ ਮਾਰੇ ਘੁੰਮ, ਫਰੀਦਾ ਆਪ ਨੇੜੇ ਘਰ ਜਾਏ ਕਿ ਪੈਰ ਤਿਨਾਂ ਦੇ ਚੁੰਮ। ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਫਰੀਦ ਜੀ ਦੀ ਬਾਣੀ ਆ ਕਿ ਜੇ ਤੇਰੇ ਕੋਈ ਮੁੱਕੀ ਮਾਰੇ ਤੂੰ ਉਹਦੇ ਘਸੁੰਨ ਨਹੀਂ ਮਾਰਨਾ, ਉਹਦੇ ਘਰੇ ਜਾ ਕੇ ਉਹਦੇ ਪੈਰ ਚੁੰਮਣੇ ਆ। ਉਹਨੂੰ ਕਹਿਣਾ ਮੇਰੀ ਗਲਤੀ ਦੱਸੋ। ਕਹਿੰਦੇ ਜਦੋਂ ਅਸੀਂ ਨਿਮਰਤਾ ਪਾਲਦੇ ਹਾਂ ਫਿਰ ਇਵੇਂ ਦੀ ਪਾਲਦੇ ਹਾਂ। ਜਦੋਂ ਅਸੀਂ ਨਿਮਰਤਾ ਪਾਲਦੇ ਹਾਂ ਫਿਰ ਤੱਤੀਆਂ ਤਵੀਆਂ 'ਤੇ ਬਹਿ ਜਾਂਦੇ ਹਾਂ ਅਤੇ ਕਹਿੰਦੇ ਹਾਂ ਕਿ ਤੇਰਾ ਪਾਣਾ ਮਿੱਠਾ ਲਾ ਕੇ। ਜਦੋਂ ਅਸੀਂ ਨਿਮਰਤਾ ਪਾਲਦੇ ਹਾਂ ਤਾਂ ਦਿੱਲੀ ਦੇ ਚਾਂਦਨੀ ਚੌਂਕ 'ਚ ਆਪਣਾ ਸੀਸ ਲਹਾ ਲੈਂਦੇ ਹਾਂ, ਜਦੋਂ ਅਸੀਂ ਨਿਮਰਤਾ 'ਚ ਹੁੰਦੇ ਹਾਂ। ਪਰ ਜਦੋਂ ਅਸੀਂ ਸ੍ਰੀ ਸਾਹਿਬ ਚੱਕਦੇ ਹਾਂ ਫਿਰ ਅਸੀਂ ਇਵੇਂ ਨਹੀਂ ਕਰਦੇ ਜਿਵੇਂ ਤੁਸੀਂ ਕਹਿੰਦੇ ਹੋ ਕਿ ਪੱਥਰ ਸਿਰ 'ਤੇ ਚੱਕ ਲੈਣਾ। ਕਹਿੰਦੇ ਫਿਰ ਤੁਸੀਂ ਆਪਦੇ ਖਾਲਸੇ ਨੂੰ ਕੀ ਹੁਕਮ ਕਰਦੇ ਆ? ਤਾਂ ਉਹ ਕਹਿੰਦੇ ਵੀ ਅਸੀਂ ਆਪਦੇ ਖਾਲਸੇ ਨੂੰ ਕਿਹਾ ਕਿ ਦਾਦੂ ਦਾਵੇ ਰੱਖ ਕੇ ਕਲਕਾ ਕੀਜੇ ਭਾਓ। ਕਹਿੰਦੇ ਦਾਵੇ ਛੱਡਣੇ ਨਹੀਂ, ਦਾਵੇ ਰੱਖਣੇ ਆ।
ਜਿਹਨੂੰ ਆਪਾਂ ਕਹਿੰਦੇ ਆ ਵੀ ਹਮ ਰਾਖਤ ਪਾਤਸ਼ਾਹੀ ਦਾਵਾ। ਸਿੱਖਾਂ ਦੇ ਵਿੱਚ ਇੱਕ ਇਹ ਬਹੁਤ ਇੰਪੋਰਟੈਂਟ ਲਾਈਨ ਆ ਕਿ ਅਸੀਂ ਪਾਤਸ਼ਾਹੀ ਦਾਵਾ ਰੱਖਦੇ ਹਾਂ, ਭਾਵੇਂ ਸਾਡਾ ਧਰਤੀ ਦੇ ਕਿਸੇ ਟੁਕੜੇ ਤੇ ਰਾਜ ਨਹੀਂ, ਅਸੀਂ ਪਾਤਸ਼ਾਹਾਂ ਵਾਂਗੂ ਵਿਚਰਦੇ ਹਾਂ। ਮਹਾਰਾਜ ਜੀ ਕਹਿੰਦੇ ਦਾਦੂ ਦਾਵੇ ਰੱਖ ਕੇ ਕਲਕਾ ਲੀਜੈ ਭਾਓ, ਜੇ ਕੋ ਮਾਰੇ ਟਟੀਮ ਪਾਥਰ ਹਮੇ ਬਸਾਓ। ਫਿਰ ਅਸੀਂ ਪੱਥਰ ਮਾਰਨੇ ਜੇ ਕੋਈ ਇੱਟ ਮਾਰੇ। ਉਹ ਕਹਿੰਦਾ ਜੀ ਵੀ ਫਿਰ ਤਾਂ ਆਪਣੇ ਵਿਚਾਰਾਂ 'ਚ ਬਹੁਤ ਵੱਡਾ ਫਰਕ ਆ। ਕਹਿੰਦੇ ਹਾਂ, ਅਸੀਂ ਆਪਣੇ ਖਾਲਸੇ ਨੂੰ ਇਵੇਂ ਨਹੀਂ ਕਿਹਾ, ਅਸੀਂ ਕਹਿੰਦੇ ਕਿ ਜਿੰਨਾ ਚਿਰ ਸ਼ਾਂਤ ਆ, ਜੇ ਸਾਨੂੰ ਵੀਰ ਰਸ ਆ ਗਿਆ ਫਿਰ ਅਸੀਂ ਚੰਗਾ ਚਾਟਾ ਛਕਾਉਂਦੇ ਹਾਂ। ਜਦੋਂ ਜਾਣ ਲੱਗੇ ਤਾਂ ਉਸ ਮਹੰਤ ਨੇ ਗੁਰੂ ਸਾਹਿਬ ਨੂੰ ਇੱਕ ਬਚਨ ਕੀਤਾ, ਕਹਿੰਦਾ ਜੀ ਤੁਸੀਂ ਹੁਣ ਕਿੱਧਰ ਨੂੰ ਜਾਣਾ? ਤਾਂ ਗੁਰੂ ਸਾਹਿਬ ਨੇ ਕਿਹਾ ਕਿ ਅਸੀਂ ਨੰਦੇੜ ਵੱਲ ਨੂੰ ਚੱਲੇ ਹਾਂ ਅਤੇ ਉੱਥੇ ਜਾ ਕੇ ਅਸੀਂ ਕੋਈ ਖੇਡਾਂ ਵਰਤਾਉਣੀਆਂ ਨੇ। ਹੁਣ 10ਵੇਂ ਪਾਤਸ਼ਾਹ ਜੀ ਨੇ ਨੰਦੇੜ ਨੂੰ ਜਾਣ ਦਾ ਹਾਂਜੀ ਪ੍ਰੋਗਰਾਮ ਬਣਾ ਲਿਆ ਜੀ। ਬਿਲਕੁਲ ਜੀ। ਹੁਣ ਅੱਗੇ ਤੁਸੀਂ ਗੱਲਬਾਤ ਕਰਦੇ ਸੀ, ਮੈਂ ਚਾਹੁੰਦਾ ਤੁਸੀਂ ਆਪਣੀ ਗੱਲ ਕੰਟੀਨਿਊ ਰੱਖੋ। ਤਾਂ ਗੁਰੂ ਸਾਹਿਬ ਨੂੰ ਮਹੰਤ ਕਹਿ ਰਿਹਾ, ਕਹਿੰਦਾ ਜੀ ਜੇ ਤੁਸੀਂ ਨੰਦੇੜ ਜਾਣ ਦਾ ਪ੍ਰੋਗਰਾਮ ਆਇਆ, ਉੱਥੇ ਇੱਕ ਮਾਧੋ ਦਾਸ ਬਰਾਗੀ ਰਹਿੰਦਾ, ਬੜਾ ਹੰਕਾਰੀ ਸਾਧ ਆ, ਉੱਥੇ ਨਾ ਚਲ ਜਾਇਓ। ਉਹ ਬਹੁਤ ਸਾਧੂਆਂ ਦੀ ਬੇਇੱਜ਼ਤੀ ਕਰ ਚੁੱਕਿਆ। ਉਹਨੇ ਇੱਕ ਪਲੰਘਾ ਰੱਖਿਆ, ਉਹ ਪਲੰਘੇ 'ਤੇ ਬੰਦੇ ਨੂੰ ਬਿਠਾਉਂਦਾ, ਮੁੜ ਕੇ ਆਪਣੀਆਂ ਰਿੱਧੀਆਂ ਸਿੱਧੀਆਂ ਨਾਲ ਪਲੰਘਾ ਉਲਟਾ ਦਿੰਦਾ ਅਤੇ ਉਹਦੇ ਚੇਲੇ ਹੱਸਦੇ ਆ। ਤਾਂ ਉਹ ਇਸ ਤਰ੍ਹਾਂ ਬੇਇੱਜ਼ਤੀ ਕਰਕੇ ਉੱਥੋਂ ਤੋਰਦਾ। ਗੁਰੂ ਸਾਹਿਬ ਕਹਿੰਦੇ ਬਈ ਮੈਨੂੰ ਨਾ ਦੁਨੀਆ 'ਤੇ ਪ੍ਰਮਾਤਮਾ ਨੇ ਭੇਜਿਆ ਹੀ ਲੋਕਾਂ ਦੇ ਹੰਕਾਰ ਤੋੜਨ ਵਾਸਤੇ। ਵੀ ਕੋਈ ਗੱਲ ਨਹੀਂ, ਤੁਸੀਂ ਫਿਕਰ ਨਾ ਕਰੋ ਮਹੰਤ ਜੀ, ਅਸੀਂ ਦੇਖਾਂਗੇ, ਜਾਵਾਂਗੇ ਜ਼ਰੂਰ ਉਹਦੇ ਕੋਲੇ। ਹੁਣ ਗੁਰੂ ਸਾਹਿਬ ਨੰਦੇੜ ਪਹੁੰਚਦੇ ਆ ਜੀ। ਨੰਦੇੜ ਬਾਬਾ ਬੰਦਾ ਸਿੰਘ ਬਹਾਦਰ ਦਾ ਡੇਰਾ, ਜਿਵੇਂ ਆਪਾਂ ਦੱਸਿਆ ਕਿ ਡੀਸੈਂਟ ਡੇਰਾ ਸੀਗਾ, ਚੇਲੇ ਚਾਟੇ ਸਭ ਕੁਛ ਵਧੀਆ ਪ੍ਰਬੰਧ ਸੀ। ਤਾਂ ਗੁਰੂ ਸਾਹਿਬ ਉੱਥੇ ਜਾਂਦੇ ਆ, ਜਾ ਕੇ ਉਹ ਜਿਹੜਾ ਪਲੰਘਾ ਡਾਇਆ ਹੋਇਆ ਸੀ ਉਹਦੇ 'ਤੇ ਬਹਿ ਜਾਂਦੇ ਅਤੇ ਉਹ ਚੇਲੇ ਭੱਜੇ ਆਉਂਦੇ ਵੀ ਤੁਸੀਂ ਕੌਣ ਹੋ, ਆ ਗਏ ਵੱਖਰੀ ਤਰ੍ਹਾਂ ਦੇ। ਉਦੋਂ ਤੁਸੀਂ ਸੋਚ ਕੇ ਦੇਖੋ ਕਿ ਹਜ਼ੂਰ ਸਾਹਿਬ ਦੇ ਲੋਕਾਂ ਨੂੰ, ਨੰਦੇੜ ਦੇ ਲੋਕਾਂ ਨੂੰ ਸਿੱਖ ਕਿਹੋ ਜਿਹੇ ਲੱਗਦੇ ਹੋਣਗੇ। ਕਿਰਪਾਨਾਂ ਦਾੜਿਆਂ ਮਸ਼ਹਿਰਿਆਂ ਵਾਲੇ ਸ਼ਸਤਰਧਾਰੀ ਟੋਲਾ ਇੱਕ ਆ ਗਿਆ। ਪਰ ਉਦੋਂ ਵੇਖਣ 'ਚ ਤੇ ਬਾਬਾ ਬੰਦਾ ਸਿੰਘ ਬਹਾਦਰ ਹੋਣੀ ਚਲੋ ਉਦੋਂ ਬੈਰਾਗੀ ਸੀਗੇ, ਪਰ ਦੇਖਣ 'ਚ ਦਿੱਖ ਤੇ ਦਾੜਾ ਉਹਨਾਂ ਦਾ ਵੀ ਉਵੇਂ ਸੀਗਾ ਉਦੋਂ। ਸਾਧੂ ਭੇਸ 'ਚ ਸੀ, ਸਾਧੂ ਭੇਸ 'ਚ ਸੀ ਹਾਂ। ਪਰ ਇੱਧਰ ਇਹ ਸਿੰਘ ਜਿਹੜੇ ਚੋਲਿਆਂ 'ਚ ਨੀਲਿਆਂ 'ਚ ਉਹਨਾਂ ਸ਼ਸਤਰਧਾਰੀ ਨਾਲ, ਬਿਲਕੁਲ ਘੋੜਿਆਂ ਨਾਲ। ਠੀਕ ਹੈ। ਹੁਣ ਗੁਰੂ ਸਾਹਿਬ ਗਏ, ਜਾ ਕੇ ਉਹਦੇ ਪਲੰਘੇ 'ਤੇ ਬੈਠ ਗਏ ਅਤੇ ਸਿੰਘਾਂ ਨੂੰ ਹੁਕਮ ਕੀਤਾ, ਕਹਿੰਦੇ ਵੀ ਆਲੇ ਦੁਆਲੇ ਦੇਖਿਆ ਤਾਂ ਉਹਦੇ ਡੇਰੇ ਦੇ ਵਿੱਚ ਇੱਕ ਪਾਸੇ ਲੰਗਰ ਦਾ ਪ੍ਰਬੰਧ ਸੀ, ਇੱਕ ਪਾਸੇ ਕੋਈ ਬੱਕਰੀਆਂ ਚਰਦੀਆਂ ਸੀ, ਡੰਗਰ ਰੱਖੇ ਹੋਏ ਸੀ ਦੁੱਧ ਬਾਦ ਵਾਸਤੇ। ਤਾਂ ਗੁਰੂ ਸਾਹਿਬ ਸਿੰਘਾਂ ਨੂੰ ਕਹਿੰਦੇ ਵੀ ਸਿੰਘੋ ਇੱਦਾਂ ਕਰੋ, ਆਹ 2-3 ਬੱਕਰੇ ਫੜੋ, ਝਟਕਾ ਲਓ। ਅੱਛਾ। ਹੁਣ ਇੱਥੇ ਅਸੀਂ ਕਈ ਵਾਰੀ ਆਪਣੇ ਧਰਮ ਦੀਆਂ ਗੱਲਾਂ ਦੱਸਦੇ ਨਾ, ਸਾਨੂੰ ਲੱਗਦਾ ਵੀ ਇਹ ਗੱਲ ਨੂੰ ਆਪਾਂ ਦੱਬ ਲਈਏ, ਪਰ ਜਿਹੜੀਆਂ ਸੱਚਾਈਆਂ ਨੇ, ਇਤਿਹਾਸਕ ਸੱਚਾਈਆਂ ਨੇ, ਲਿਖੀਆਂ ਗਈਆਂ ਨੇ, ਉਹਨੂੰ ਤੁਸੀਂ ਮੁਨਕਰ ਨਹੀਂ ਹੋ ਸਕਦੇ। ਹੁਣ ਇੱਥੇ ਆਪਾਂ ਨੂੰ ਗੱਲ ਨਾਲ ਯਾਦ ਰੱਖਣੀ ਚਾਹੀਦੀ ਉਹ ਖੂਨ ਦੀ, ਜਿਹੜਾ ਖੂਨ ਦੇਖ ਕੇ ਬੰਦਾ ਸਿੰਘ ਬਹਾਦਰ ਬਰਾਗੀ ਹੋ ਗਿਆ ਸੀ। ਤਾਂ ਸਿੰਘਾਂ ਨੇ 2-3 ਬੱਕਰੇ ਫੜੇ, ਝਟਕਾਏ, ਉੱਥੇ ਪਤੀਲੇ ਧਰੇ ਦੇਗਾਂ, ਅਤੇ ਕਹਿੰਦੇ ਚਲੋ ਬਣਾਓ ਵੀ। ਹੁਣ ਉਹਦੇ ਮੋਟੇ ਢਿੱਡਾਂ ਵਾਲੇ ਸਾਧ ਜਿਹੜੇ ਸੀਗੇ ਮਹੰਤ ਦੇ ਚੇਲੇ, ਉਹ ਘਬਰਾ ਗਏ, ਕਹਿੰਦੇ ਵੀ ਇੱਥੇ ਤਾਂ ਕੋਈ ਆ ਮੰਜੇ 'ਤੇ ਨਹੀਂ ਆ ਕੇ ਬਹਿ ਸਕਦਾ, ਤਾਂ ਆਹ ਕਿਹੋ ਜਿਹੇ ਬੰਦੇ ਆਏ। ਬੰਦਾ ਸਿੰਘ ਆਪ ਮਾਧੋ ਦਾਸ ਬਰਾਗੀ ਡੇਰੇ 'ਚ ਨਹੀਂ ਸੀਗਾ, ਉਹਨੇ ਫਟਾਫਟ ਸੁਨੇਹਾ ਭੇਜਿਆ ਅਤੇ ਹੁਣ ਉਹ ਆਉਂਦਾ। ਜਦੋਂ ਮਾਧੋ ਦਾਸ ਬਰਾਗੀ ਆਉਂਦਾ, ਉਹਨੇ ਆਪਣੀਆਂ ਰਿੱਧੀਆਂ ਸਿੱਧੀਆਂ 5 ਪੀਰ ਜਿਹੜੇ ਬਣਾਏ ਹੋਏ ਸੀ, ਭੈਰੋਂ ਸ਼ਨੀ ਸਾਰੇ ਲਾ ਕੇ ਦੇਖ ਲਏ, ਲਾਇਆ ਜ਼ੋਰ, ਫਿਰ ਪੂਰਾ ਜ਼ੋਰ ਲਾ ਲਿਆ, ਪਲੰਘਾ ਨਹੀਂ ਹਿੱਲਿਆ। 10ਵੇਂ ਪਾਤਸ਼ਾਹ ਜਿਹੜੇ ਇਸ ਦੁਨੀਆ ਨੂੰ ਉਧਾਰ ਕਰਨ ਲਈ ਇੱਥੇ ਆਏ ਸੀ, ਆਇਓ ਦੇਖਣ ਜਗਤ ਤਮਾਸ਼ਾ, ਉਹ ਉਸ ਪਲੰਘੇ 'ਤੇ ਬੈਠੇ ਨੇ। ਦਰਸ਼ਨ ਕੀਤੇ, ਕਹਿੰਦੇ ਬੰਦਾ ਸਿੰਘ ਬਹਾਦਰ ਦੇ ਮਨ 'ਚ ਇੱਕ ਨਾ ਸ਼ਾਂਤੀ ਪਹੁੰਚ ਗਈ। ਚਰਨਾਂ ਦੇ ਵਿੱਚ ਨਮਸਕਾਰ ਕਰਕੇ ਗੁਰੂ ਸਾਹਿਬ ਦੇ ਬੈਠ ਜਾਂਦਾ ਅਤੇ ਕਹਿੰਦਾ ਮਹਾਰਾਜ ਤੁਸੀਂ ਨਾ ਬਾਕੀ ਤਾਂ ਠੀਕ ਆ, ਪਰ ਤੁਸੀਂ ਆ ਜਿਹੜੇ ਬੱਕਰੇ ਝਟਕਾਦੇ ਨਾ ਮੇਰੇ ਇੱਥੇ ਡੇਰੇ ਦੇ ਵਿੱਚ, ਇਹ ਮੇਰੀ ਧਰਤੀ ਤੁਸੀਂ ਪਵਿੱਤਰ ਕਰਤੀ, ਮੇਰਾ ਡੇਰਾ ਜਿਹੜਾ ਪਵਿੱਤਰ ਹੋ ਗਿਆ, ਤੁਹਾਨੂੰ ਇਹ ਕਰਨਾ ਨਹੀਂ ਸੀ ਚਾਹੀਦਾ। ਹੁਣ ਗੁਰੂ ਦੀ ਇਹ ਚੋਜ ਨੇ, ਗੁਰੂ ਤੁਹਾਨੂੰ ਕਿਵੇਂ ਸਮਝਾਉਂਦਾ। ਬਹੁਤ ਵਾਰੀ ਅਸੀਂ ਸਿੱਖ ਹਿਸਟਰੀ ਦੇ ਵਿੱਚ ਅਸੀਂ ਆਮ ਕਹਿੰਦੇ ਹਾਂ ਜੀ ਸਾਡੇ ਧਰਮ ਦੇ ਵਿੱਚ ਕਰਾਮਾਤਾਂ ਦੀ ਕੋਈ ਥਾਂ ਨਹੀਂ। ਕਈ ਥਾਵਾਂ 'ਤੇ ਗੁਰੂ ਸਾਹਿਬ ਨੇ ਕਰਾਮਾਤਾਂ ਵੀ ਵਰਤਾਈਆਂ ਨੇ। ਜੇ ਮੂਹਰੇ ਵਾਲਾ ਮੰਨਣ ਨੂੰ ਤਿਆਰ ਨਹੀਂ ਤਾਂ ਕਰਾਮਾਤ ਵਰਤਾਉਣੀ ਆ, ਜੇ ਲੌਜਿਕ ਨਾ ਮੰਨਦਾ ਤਾਂ ਲੌਜਿਕ ਨਾ ਸਮਝਾਉਣਾ। ਤਾਂ ਗੁਰੂ ਸਾਹਿਬ ਕਹਿੰਦੇ ਵੀ ਖੂਨ ਡੁੱਲਣ ਨਾਲ ਕੀ ਹੋ ਗਿਆ। ਉਹ ਕਹਿੰਦੇ ਮੇਰਾ ਡੇਰਾ, ਮੈਂ ਬਰਾਗੀ ਸਾਧੂ ਹਾਂ, ਅਸੀਂ ਤਾਂ ਲਸਣ ਤੱਕ ਨਹੀਂ ਖਾਂਦੇ,
ਤੁਸੀਂ ਇੱਥੇ ਬੱਕਰੇ ਝੜਕਾਤੇ, ਖੂਨ ਡੋਲਤਾ, ਮੇਰੀ ਧਰਤੀ ਹੈ ਜਿਹੜੀ ਪਵਿੱਤਰ ਕਰਤਾ, ਮੇਰਾ ਡੇਰਾ। ਹੁਣ ਗੁਰੂ ਸਾਹਿਬ ਸਮਝਾਉਂਦੇ ਆ ਉਹਨੂੰ, ਕਹਿੰਦੇ ਵੀ ਜਦੋਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਦੇ ਵਿੱਚ ਕੱਟਿਆ ਗਿਆ, ਤੂੰ ਭਾਵੇਂ ਉਦੋਂ ਛੋਟਾ ਬੱਚਾ ਸੀ, ਪਰ ਤੇ ਕਦੇ ਕਹਾਣੀ ਸੁਣੀ ਤਾਂ ਹੋਊਗੀ। ਦਿੱਲੀ ਦੇ ਚਾਂਦਨੀ ਚੌਂਕ 'ਚ ਖੂਨ ਡੁੱਲਣ ਨਾਲ ਦਿੱਲੀ ਦੀ ਧਰਤੀ ਪਵਿੱਤਰ ਨਹੀਂ ਹੋਈ। ਚਲੋ ਤੈਨੂੰ ਛੱਡ ਦਿੰਦੇ ਇਸ ਗੱਲ ਲਈ, ਤੂੰ ਛੋਟਾ ਸੀਗਾ। ਫਿਰ ਜਦੋਂ ਮੇਰੇ ਅਨੰਦਪੁਰ ਸਾਹਿਬ ਦੇ ਵਿੱਚ ਬਿਨਾਂ ਕਾਰਨ 10 ਲੱਖ ਫੌਜ ਆ ਕੇ ਘੇਰਾ ਪਾ ਲੈਂਦੀ ਆ ਤੇ ਮੇਰੇ ਹਜ਼ਾਰਾਂ ਸਿੱਖਾਂ ਨੂੰ 6 ਮਹੀਨੇ ਘੇਰੇ ਦੇ ਵਿੱਚ ਰੱਖਿਆ, ਉੱਥੇ ਇੰਨਾ ਖੂਨ ਡੁੱਲਿਆ, ਉਸ ਰਾਤ ਨੂੰ ਸਰਸਾ ਨਦੀ ਦਾ ਪਾਣੀ ਲਾਲ ਹੋ ਕੇ ਵਗਿਆ, ਉਦੋਂ ਹਿੰਦੁਸਤਾਨ ਦੀ ਧਰਤੀ ਪਵਿੱਤਰ ਨਹੀਂ ਹੋਈ। ਹੁਣ ਬੰਦਾ ਸਿੰਘ ਬਹਾਦਰ ਜਿਉਂ-ਜਿਉਂ ਸੁਣਦਾ, ਉਹਦਾ ਹੰਕਾਰ ਜਿਹੜਾ ਅਸਮਾਨੀ ਚੜ੍ਹਿਆ ਸੀ ਉਹ ਥੱਲੇ ਆਈ ਜਾਂਦਾ। ਫਿਰ ਕਹਿੰਦੇ ਮੇਰੇ ਮਾਸੂਮ ਬੱਚੇ ਚਮਕੌਰ ਦੀ ਗੜੀ ਦੇ ਵਿੱਚ 10 ਲੱਖ ਦੇ ਘੇਰੇ 'ਚ ਮੇਰੇ 40 ਸਿੰਘ ਘਿਰ ਗਏ, ਤੇ ਜਿਨ੍ਹਾਂ ਨੂੰ ਸੈਂਕੜਿਆਂ ਦੇ ਵਿੱਚ ਜ਼ਖਮ ਲੱਗੇ ਇੱਕ ਇੱਕ ਨੂੰ। ਮੇਰੀ ਚੜ੍ਹਦੀ ਉਮਰ ਦਾ ਅਜੀਤ ਸਿੰਘ ਤੇ ਜੁਝਾਰ ਸਿੰਘ, ਉੱਥੇ ਉਹਨਾਂ ਦਾ ਖੂਨ ਡੁੱਲਿਆ, ਹਿੰਦੁਸਤਾਨ ਦੀ ਧਰਤੀ ਪਵਿੱਤਰ ਨਹੀਂ ਹੋਈ। ਧਰਤੀ ਤਾਂ ਸਾਰੀ ਜੁੜੀ ਹੋਈ ਹੈ ਹਿੰਦੁਸਤਾਨ ਦੀ ਜੀ, ਜੇ ਉੱਥੇ ਖੂਨ ਡੁੱਲਿਆ ਤਾਂ ਵੀ ਤੇਰਾ ਡੇਰਾ ਪਵਿੱਤਰ ਹੋਇਆ। ਜਦੋਂ 7 ਤੇ 9 ਸਾਲ ਦੇ ਬੱਚੇ ਨੀਹਾਂ ਦੇ ਵਿੱਚ ਚਿਣੇ ਗਏ, ਉਦੋਂ ਨਹੀਂ ਤੇਰੀ ਧਰਤੀ ਪਵਿੱਤਰ ਹੋਈ। ਗੱਲ ਕੀ ਵੀ ਉਹਨੂੰ ਉਸ ਭਰਮ ਚੋਂ ਕੱਢਣਾ ਸੀ, ਉਹਨੂੰ ਉਸ ਭਰਮ ਚੋਂ ਕੱਢਣਾ ਸੀ, ਜਿਹੜੇ ਖੂਨ ਤੋਂ ਡਰ ਕੇ ਉਹ ਬਰਾਗੀ ਹੋ ਗਿਆ ਸੀ। ਹੁਣ ਉਹ ਖੂਨ ਦੀਆਂ ਗੱਲਾਂ ਗੁਰੂ ਸਾਹਿਬ ਨੂੰ ਸੁਣਾ ਰਹੇ ਨੇ। ਸੁਣ ਕੇ ਨਿਮੋ ਝੂਣਾ ਹੋ ਕੇ ਨਮਸਕਾਰ ਕੀਤੀ। ਕਹਿੰਦਾ ਜੀ ਮੈਂ ਤਾਂ ਆਪਣੇ ਹੰਕਾਰ ਦੇ ਵਿੱਚ ਬਹੁਤ ਪੁੱਠੇ ਰਾਹ ਪਿਆ ਹੋਇਆ ਸੀ। ਮੈਨੂੰ ਲੱਗਦਾ ਸੀ ਕਿ ਦੂਜਿਆਂ ਦੀ ਬੇਇੱਜ਼ਤੀ ਕਰਕੇ, ਆਪਣਾ ਪੱਖ ਦਿਖਾ ਕੇ ਮੈਂ ਵੱਡਾ ਸਾਧ ਹਾਂ ਇਸ ਵੇਲੇ, ਜਿਹੜਾ ਇਸ ਪਲੰਘ ਤੇ ਬਹਿੰਦਾ ਮੈਂ ਮੁੱਦਾ ਕਰ ਦਿੰਦਾ ਸੀ। ਉਹ ਕਹਿੰਦੇ ਤੈਨੂੰ ਇਸ ਕੰਮ ਲਈ ਥੋੜ੍ਹੀ ਭੇਜਿਆ, ਤੈਨੂੰ ਇਸ ਦੁਨੀਆ 'ਤੇ ਇਸ ਕੰਮ ਨਹੀਂ ਆਇਆ ਜਿਹੜੇ ਤੂੰ ਕਰ ਰਿਹਾ। ਤਾਂ ਜਦੋਂ ਗੁਰੂ ਸਾਹਿਬ ਦੀ ਸ਼ਕਤੀ ਦੀ ਸਮਝ ਲੱਗੀ ਬੰਦਾ ਸਿੰਘ ਬਹਾਦਰ ਨੂੰ, ਨਮਸਕਾਰ ਕਰਕੇ ਪੁੱਛਦਾ ਜੀ ਮੈਨੂੰ ਬਖਸ਼ੋ, ਦੱਸੋ ਮੈਂ ਕੀ ਕਰਾਂ। ਹੁਣ ਸਾਡੇ ਗੁਰੂ ਸਾਹਿਬ ਦੀਆਂ ਗੱਲਾਂ ਦੇ ਵਿੱਚ ਕਿੰਨੀ ਮਿਠਾਸ, ਕਿੰਨਾ ਤੰਤ ਹੋਊਗਾ ਕਿ ਇੱਕ ਹੰਕਾਰੀ ਸਾਧੂ ਜਿਹੜਾ ਕਿਸੇ ਨੂੰ ਟਿੱਚ ਨਹੀਂ ਜਾਣਦਾ ਸੀਗਾ, ਉਹ ਹੁਣ ਪੈਰਾਂ 'ਚ ਬੈਠਾ, ਗੁਰੂ ਸਾਹਿਬ ਪਲੰਘੇ 'ਤੇ ਬੈਠੇ ਆ, ਤੇ ਗੁਰੂ ਸਾਹਿਬ ਨੂੰ ਪੁੱਛਦੇ ਵੀ ਤੇਰਾ ਨਾਂ ਕੀ ਆ। ਇਹ ਕੁਐਸਚਨ ਸਾਰੇ ਗੁਰੂਆਂ ਨੇ ਜਿੱਥੇ ਜਾਂਦੇ ਸੀ ਬੰਦੇ ਨੂੰ ਪੁੱਛਦੇ ਸੀਗੇ ਪਹਿਲਾਂ। ਹੁਣ ਉਹਨੇ ਆਪਦਾ ਨਾਂ ਫਿਰ ਮਾਧੋ ਦਾਸ ਨਹੀਂ ਦੱਸਿਆ, ਬਰਾਗੀ ਨਹੀਂ ਦੱਸਿਆ। ਉਹ ਕਹਿੰਦਾ ਜੀ ਮੇਰਾ ਨਾਂ ਤਾਂ ਬੰਦਾ। ਗੁਰੂ ਸਾਹਿਬ ਚੈੱਕ ਕਰ ਰਹੇ ਸੀ ਵੀ ਕਿੱਥੇ ਕੁ ਖੜਾ ਹੁਣ ਇਹ। ਉਹ ਕਹਿੰਦੇ ਬੰਦਾ, ਕਿਹਦਾ ਬੰਦਾ? ਕਹਿੰਦਾ ਜੀ ਗੁਰੂ ਦਾ ਬੰਦਾ। ਜਿੱਥੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਨਾਂ ਦਾ ਨਾਂ ਪੈ ਗਿਆ। ਭਾਵੇਂ ਅੰਮ੍ਰਿਤ ਛਕਾਉਣ ਤੋਂ ਬਾਅਦ ਗੁਰੂ ਸਾਹਿਬ ਨੇ ਉਹਨੂੰ ਅੰਮ੍ਰਿਤ ਛਕਾਇਆ। ਅੰਮ੍ਰਿਤ ਛਕਾ ਕੇ ਉਹਦਾ ਜਿਹੜਾ ਨਾਂ ਇਤਿਹਾਸਕਾਰਾਂ ਨੇ ਲਿਖਿਆ ਗੁਰਬਖਸ਼ ਸਿੰਘ ਰੱਖਿਆ ਗਿਆ, ਗੱਗਾ ਅੱਖਰ ਨਿਕਲਿਆ ਸੀਗਾ, ਪਰ ਉਹ ਨਾਂ ਪ੍ਰਚਲਿਤ ਨਾ ਹੋ ਸਕਿਆ। ਜਦੋਂ ਨੇ ਕਿਹਾ ਕਿ ਮੈਂ ਗੁਰੂ ਦਾ ਬੰਦਾ, ਤਾਂ ਗੁਰੂ ਸਾਹਿਬ ਨੇ ਇੱਕ ਨਾਂ ਲਾਇਆ, ਬੰਦਾ ਸਿੰਘ ਬਹਾਦਰ ਨੂੰ ਅੰਮ੍ਰਿਤ ਛਕਾ ਲਿਆ। 1 ਮਹੀਨਾ ਗੁਰੂ ਸਾਹਿਬ ਨੇ ਉਹਨੂੰ ਉੱਥੇ ਆਪਣੇ ਕੋਲੇ ਰੱਖਿਆ ਤੇ ਸਿੱਖੀ ਦ੍ਰਿੜ ਕਰਾਈ। ਹੁਣ ਉਹ ਮਹੀਨੇ ਦੇ ਵਿੱਚ ਸਿੱਖ ਇਤਿਹਾਸ ਤੋਂ, ਸਿੱਖ ਪਰੰਪਰਾ ਤੋਂ ਚੰਗੀ ਤਰ੍ਹਾਂ ਜਾਣੂ ਹੋ ਗਿਆ। ਹੁਣ ਜਿਹੜੀਆਂ ਘਟਨਾਵਾਂ ਉਹਨੇ ਸੁਣੀਆਂ ਸੀਗੀਆਂ ਪਹਿਲਾਂ ਕਿ ਗੁਰੂ ਸਾਹਿਬ ਨਾਲ ਆਹ ਚੀਜ਼ਾਂ ਵਾਪਰੀਆਂ, ਉਹਦੇ ਕੰਨਾਂ ਤੱਕ ਸੀਮਿਤ ਸੀਗੀਆਂ ਹੁਣ ਤੱਕ। ਹੁਣ ਉਹਨੇ ਇੱਕ ਘਟਨਾ ਆਪਣੀਆਂ ਅੱਖਾਂ ਦੇ ਸਾਹਮਣੇ ਦੇਖੀ, ਜਦੋਂ ਵਜੀਦ ਖਾਂ ਦੇ ਭੇਜੇ ਹੋਏ 2 ਮੁਗਲਾਂ ਨੇ ਗੁਰੂ ਸਾਹਿਬ ਦੇ ਛੁਰਾ ਮਾਰਿਆ। ਉਦੋਂ ਬੰਦਾ ਸਿੰਘ ਉੱਥੇ ਕੋਲੇ ਸੀ। ਗੁਰੂ ਸਾਹਿਬ ਨੇ ਫੁਰਤੀ ਨਾਲ ਉਹਨਾਂ 'ਚੋਂ ਇੱਕ ਨੂੰ ਉੱਥੇ ਮਾਰ ਲਿਆ, ਇੱਕ ਨੂੰ ਸਿੱਖਾਂ ਨੇ ਮਾਰ ਲਿਆ, ਪਰ ਗੁਰੂ ਸਾਹਿਬ ਦੇ ਬੱਖੀ ਦੇ ਵਿੱਚ ਵੱਡਾ ਜ਼ਖਮ ਹੋ ਗਿਆ ਛੁਰੇ ਦਾ। ਤੇ ਉਸ ਸਮੇਂ ਗੁਰੂ ਸਾਹਿਬ ਨੇ ਇਸ ਦੁਨੀਆ ਤੋਂ ਜਦੋਂ ਸਾਨੂੰ ਓਹਲਾ ਦੇ ਕੇ ਗਏ, ਉਹ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਦੇ ਆ। ਉੱਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ, ਉਸ ਸਾਧੂ ਨੂੰ ਜਿਹਨੇ ਤੀਰ ਕਮਾਨ ਸਿੱਟਤਾ ਸੀ ਕਿਸੇ ਵੇਲੇ, ਉਹਨੂੰ 5 ਤੀਰ ਦਿੰਦੇ ਆ, ਉਹਨੂੰ ਆਪਣਾ ਖੰਡਾ ਦਿੰਦੇ ਆ, ਸ਼੍ਰੀ ਸਾਹਿਬ ਦਿੰਦੇ ਆ, ਨਾਲ 5 ਸਿੰਘ ਦਿੰਦੇ ਆ। ਹੁਣ ਇੱਥੇ ਇੰਪੋਰਟੈਂਟ ਗੱਲ ਆ ਵੀ ਇੱਕ ਬਾਬਾ ਬੰਦਾ ਸਿੰਘ ਬਹਾਦਰ ਤੇ 5 ਸਿੰਘ ਹੋਰ। ਪੰਚ ਪ੍ਰਵਾਨ ਦੀ ਜਿਹੜੀ ਗੱਲ ਹੈਗੀ ਆ, ਅਸੀਂ ਪੰਚਾਇਤੀ ਰਾਜ ਦੀ ਗੱਲ ਕਰਦੇ ਹਾਂ ਜੀ। ਤਾਂ ਗੁਰੂ ਸਾਹਿਬ ਨੇ ਕਿਹਾ ਕਿ ਇਹ ਸਿੰਘ ਤੇਰੇ ਨਾਲ ਨੇ, ਸ਼ਸਤਰ ਤੇਰੇ ਨਾਲ ਨੇ, ਅੱਗੇ ਅਸੀਂ ਸਿੱਖਾਂ ਨੂੰ ਪੰਜਾਬ ਦੇ ਵਿੱਚ ਸੁਨੇਹੇ ਘੱਲ ਦਿੱਤੇ ਆ, ਤੈਨੂੰ ਸੰਗਤ ਸਹਿਯੋਗ ਦੇਊਗੀ, ਹੁਣ ਤੂੰ ਜਾਣਾ ਤੇ ਜਾ ਕੇ ਜਿਹੜੇ ਰਹਿੰਦੇ ਕੰਮ ਨੇ ਉਹ ਕਰਨੇ ਆ।
ਉਹਨਾਂ ਕੰਮਾਂ ਦੇ ਵਿੱਚ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਜਾਂਦੇ ਆ ਅਤੇ ਕਿਵੇਂ ਪੰਜਾਬ ਦੇ ਸਿੱਖ ਉਹਨਾਂ ਦਾ ਸਾਥ ਦਿੰਦੇ ਆ, ਕਿਵੇਂ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਂਦੇ ਆ ਅਤੇ ਪੰਚਾਇਤੀ ਰਾਜ ਕਾਇਮ ਕਰਦੇ ਆ, ਸਾਨੂੰ ਗਰੀਬ ਲੋਕਾਂ ਨੂੰ ਜੱਟ ਜ਼ਿਮੀਂਦਾਰ ਬਣਾਉਂਦੇ ਆ। ਜਿਹੜਾ ਅੱਜ ਅਸੀਂ ਦੇਖਦੇ ਹਾਂ ਕਿ ਸਾਡੇ ਜ਼ਿਮੀਂਦਾਰ ਅੱਜ ਭਾਵੇਂ ਧਰਨਿਆਂ 'ਤੇ ਬੈਠੇ ਆ, ਸਾਡੀ ਉਹ ਜ਼ਮੀਨ ਖੂਨ ਦੇ ਉਪਰਾਲੇ ਕੀਤੇ ਜਾ ਰਹੇ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਬਖਸ਼ੀ ਸੀ। ਸੋ ਬਾਬਾ ਬੰਦਾ ਸਿੰਘ ਬਹਾਦਰ ਦਾ ਦੇਣ ਅਸੀਂ ਸਾਰੀ ਕੌਮ ਨਹੀਂ ਦੇ ਸਕਦੇ ਜੀ। ਅਤੇ ਉਹ ਗੱਲਾਂ ਜਿਹੜੀਆਂ ਸਾਡੇ ਇਤਿਹਾਸ ਦੀਆਂ ਅਸੀਂ ਕਹਿੰਦੇ ਹਾਂ ਕਿ ਬਸ ਸੁਣਨ ਸੁਣਾਉਣ ਦੀਆਂ ਨੇ, ਇਹ ਸੁਣਨ ਸੁਣਾਉਣ ਦੀਆਂ ਨਹੀਂ, ਇਹਦੇ ਵਿੱਚ ਬਹੁਤ ਗੁੱਝੇ ਭੇਦ ਨੇ। ਸਾਨੂੰ ਇਤਿਹਾਸ ਨੂੰ ਬਚਣਾ ਤੇ ਅਮੀਰ ਵਿਰਸੇ ਤੋਂ ਜਾਣੂ ਹੋਣਾ ਚਾਹੀਦਾ ਜੀ। ਚੱਲਦੇ ਚੱਲਦੇ ਪ੍ਰੋਗਰਾਮ ਆਪਣੇ ਅਖੀਰਲੇ ਪੜਾਅ ਵੱਲ ਵੱਧ ਚੁੱਕਿਆ। ਸਮਰਾ ਸਾਹਿਬ, ਤੁਸੀਂ ਅੱਜ ਸਾਨੂੰ ਇਤਿਹਾਸ ਦੇ ਨਾਲ ਉਹ ਕੁਝ, ਅਸੀਂ ਸਾਰਾ ਕੁਝ ਤੇ ਇੱਕ ਪ੍ਰੋਗਰਾਮ 'ਚ ਨਹੀਂ ਲਿਆ ਸਕਦੇ, ਪਰ ਅਸੀਂ ਕੁਝ ਐਸਪੈਕਟ ਜਿਹੜੇ ਉਸ ਚੀਜ਼ ਦੇ ਲਿਆ ਕੇ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਦੇ ਜੀਵਨ ਦੇ ਕੁਝ ਅਹਿਮ ਜਿਹੜੇ ਮੋੜ ਆਉਂਦੇ ਰਹੇ ਆ, ਅੱਜ ਅਸੀਂ ਉਹਨਾਂ ਮੋੜਾਂ ਦੇ ਉੱਤੇ ਖਾਸ ਕਰਕੇ ਵਿਚਾਰ ਚਰਚਾ ਕੀਤੀ। ਸਮੇਂ ਦਾ ਮੈਨੂੰ ਵੀ ਪਤਾ ਨਹੀਂ ਲੱਗਿਆ ਜੀ, ਤੁਹਾਡੇ ਕੋਲੋਂ ਇਤਿਹਾਸ ਸਰਵਣ ਕਰਦੇ ਕਰਦੇ ਸਮਾਂ ਕਿੱਦਾਂ ਲੰਘ ਗਿਆ। ਸੋ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਸਿੱਖਣ ਨੂੰ ਸੁਣਨ ਨੂੰ ਮਿਲੀਆਂ। ਪਰ ਅਸੀਂ ਅੱਜ ਕਿਉਂਕਿ ਹੁਣ ਸਾਡਾ ਮਿੰਟ ਸਾਡੇ ਕੋਲ ਥੋੜ੍ਹੇ ਰਹਿ ਗਏ ਨੇ, ਅੱਜ ਅਸੀਂ ਡਿਟੇਲ 'ਚ ਫਿਰ ਹੋ ਸਕਦਾ ਆਉਣ ਵਾਲੇ ਦਿਨ ਵਾਲੇ ਪ੍ਰੋਗਰਾਮ 'ਚ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਬਾਰੇ ਇਹ ਸ਼ਤਾਬਦੀ ਕਿਉਂਕਿ ਮਹੀਨਾ ਇੱਕ ਚੱਲਣੀ, ਅਸੀਂ ਹੋਰ ਪ੍ਰੋਗਰਾਮ ਲੈ ਕੇ ਆਵਾਂਗੇ ਤੇ ਡਿਟੇਲ 'ਚ ਗੱਲਾਂ ਬਾਤਾਂ ਕਰਾਂਗੇ। ਪਰ ਹੁਣ ਸਮਰਾ ਸਾਹਿਬ, ਅਖੀਰ ਦੇ ਵਿੱਚ ਕਿਉਂਕਿ ਅਸੀਂ ਪ੍ਰੋਗਰਾਮ ਦੇ ਅਖੀਰ 'ਚ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਦੀ ਉਹ ਮਸ਼ਹੂਰ ਵਾਰ ਜਿਹੜੀ ਆ ਅਸੀਂ ਉਹ ਵੀ ਸਰਵਣ ਕਰਾਂਗੇ। ਸੋ ਸਾਡੇ ਕੋਲ ਹੁਣ ਥੋੜੇ 4 ਮਿੰਟ ਹੀ ਆ, ਫਿਰ ਅਸੀਂ ਜਿਵੇਂ ਪਿਛਲੇ ਪ੍ਰੋਗਰਾਮਾਂ 'ਚ ਇੱਕ ਤਬਦੀਲੀ ਲੈ ਕੇ ਆਂਦੀ ਸੀ ਵੀ ਅਖੀਰ ਤੇ ਕੁਝ ਚੰਗਾ ਸੁਣੀਏ, ਕੁਝ ਚੰਗਾ, ਕਿਉਂਕਿ ਜਦੋਂ ਇੱਕ ਗੱਲ ਕਵਿਤਾ ਦੇ ਰੂਪ 'ਚ ਹੁੰਦੀ ਆ, ਜਦੋਂ ਸੰਗੀਤ ਦੇ ਨਾਲ ਅੰਦਰ ਜਾਂਦੀ ਉਹਦਾ ਪ੍ਰਭਾਵ ਇੱਕ ਅਲੱਗ ਹੀ ਹੁੰਦਾ ਵਾ, ਉਹ ਦੂਰ ਤੱਕ ਮਾਰ ਕਰਦੀ। ਸੋ ਪਰ ਅੱਜ ਸਮੇਂ ਬਹੁਤ ਸਾਰੇ ਕੁਝ ਨਾ ਸ਼ੰਕੇ ਵੀ ਨਾਲ ਪੈਦਾ ਕਈ ਇਤਿਹਾਸਕਾਰਾਂ ਵੱਲੋਂ ਕੀਤੇ ਗਏ ਨੇ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਨੂੰ ਲੈ ਕੇ। ਉਹ ਕਿਸੇ ਤਰੀਕੇ ਨਾਲ ਹੁਣ ਜਿਹੜਾ ਕੋਈ ਚੜ੍ਹਦੀ ਕਲਾ ਵਾਲਾ ਸਿੰਘ ਉੱਤੇ ਉਹ ਚੀਜ਼ਾਂ ਪ੍ਰਭਾਵ ਨਹੀਂ ਪਾਉਣਗੀਆਂ, ਪਰ ਕਈਆਂ ਤੇ ਬਹੁਤ ਹੱਦ ਤੱਕ ਅਸੀਂ ਹਰ ਲਿਖੀ ਚੀਜ਼ ਨੂੰ ਸੱਚ ਵੀ ਮੰਨ ਲੈਂਦੇ ਹਾਂ, ਜਿਸ ਵੀ ਤਰੀਕੇ ਦੀ ਹੋਏ। ਅਸੀਂ ਆਪਣੀ ਪੂਰਨ ਸ਼ਾਨ ਕਈ ਵਾਰੀ ਨਹੀਂ ਕਰਦੇ। ਉਹਦੇ ਬਾਰੇ ਕੋਈ ਜਾਂਦੇ ਗੱਲਬਾਤ? ਕਈ ਗੱਲਾਂ ਨੇ ਜਿਹੜੇ ਸ਼ੰਕਿਆਂ ਵਾਲੀ ਗੱਲ ਤੁਸੀਂ ਕੀਤੀ ਆ ਜੀ। ਬਾਬਾ ਬੰਦਾ ਸਿੰਘ ਬਹਾਦਰ ਤੇ 2 ਸਵਾਲ ਮੁੱਖ ਰੂਪ 'ਚ ਉੱਠਦੇ ਆ। ਇੱਕ ਤਾਂ ਸਾਡੇ ਇਤਿਹਾਸਕਾਰਾਂ ਨੇ, ਸਿੱਖਾਂ ਨੇ ਇਤਿਹਾਸ ਰਚ ਲਿਆ ਪਰ ਲਿਖਿਆ ਨਹੀਂ ਜੀ। ਤਾਂ ਉਹਨਾਂ ਇਤਿਹਾਸਕਾਰਾਂ ਨੇ ਲਿਖਤਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਸਾਹਿਬ ਨੇ ਹੁਕਮ ਕੀਤਾ ਸੀ ਕਿ ਵਿਆਹ ਨਹੀਂ ਕਰਾਉਣਾ, ਤੇ ਉਹਨੇ ਵਿਆਹ ਕਰਾ ਲਿਆ। ਉੱਥੋਂ ਦੀ ਫਿਰ ਢਹਿੰਦੀ ਕਲਾ ਸ਼ੁਰੂ ਹੋ ਗਈ, ਜਿਹੜੀ ਕਿ ਨਿਰਮੂਲ ਗੱਲ ਆ। ਸਿੱਖੀਜ਼ਮ ਦੇ ਵਿੱਚ ਵਿਆਹ ਨਾ ਕਰਾਉਣ ਦਾ ਕਨਸੈਪਟ ਹੀ ਹੈ ਨਹੀਂ। ਗੁਰੂ ਸਾਹਿਬ ਆਪਦੇ ਵਿਆਹ ਕਰਾਏ ਹੋਏ ਸੀ, ਸਾਰੇ ਗੁਰੂ ਹਰਕ੍ਰਿਸ਼ਨ ਤੋਂ ਬਿਨਾਂ ਸਾਰੇ ਗ੍ਰਸਤੀ ਸੀ। ਕਿਉਂ ਕਿਸੇ ਸਿੱਖ ਨੂੰ ਕਹਿਣਗੇ ਤੂੰ ਵਿਆਹ ਨਹੀਂ ਕਰਾਉਣਾ? ਇੱਕ ਗੱਲ। ਦੂਸਰੀ ਗੱਲ ਉਹਨਾਂ ਤੇ ਲਾਈ ਜਾਂਦੀ ਹੈ ਕਿ ਉਹਨਾਂ ਨੇ ਆਪਦੇ ਆਪ ਨੂੰ ਗੁਰੂ ਸਥਾਪਿਤ ਕਰ ਲਿਆ, ਗੁਰੂ ਵਾਂਗੂ ਮੰਨਣ ਲੱਗੇ ਵੀ ਮੈਂ ਅਗਲਾ ਗੁਰੂ ਸਿੱਖਾਂ ਦਾ ਮੈਂ ਆ, ਜਿਹੜੀ ਕਿ ਉਹ ਵੀ ਨਿਰਮੂਲ ਗੱਲ ਆ। ਹਾਂ, ਬਹੁਤ ਸਾਰੇ ਸਿੱਖ ਸਮਝਦੇ ਸੀ ਕਿ ਗੁਰੂ ਸਾਹਿਬ ਬੰਦਾ ਬਹਾਦਰ ਨੂੰ ਗੱਦੀ ਦੇ ਕੇ ਗਏ ਆ, ਕਿਉਂਕਿ ਉੱਧਰੋਂ ਗੁਰੂ ਸਾਹਿਬ ਇਸ ਜਹਾਨ ਤੋਂ ਜੋਤੀ ਜੋਤ ਸਮਾ ਜਾਂਦੇ ਆ, ਉੱਧਰੋਂ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਭੇਜਦੇ ਆ। ਸੰਚਾਰ ਸਾਧਨ ਥੋੜ੍ਹੇ ਸੀ, ਬਹੁਤੇ ਲੋਕਾਂ ਦੇ ਵਿੱਚ ਇਹ ਗੱਲ ਚੱਲ ਗਈ ਕਿ ਸ਼ਾਇਦ ਗੁਰੂ ਸਾਹਿਬ ਗੱਦੀ ਆ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਦੇ ਕੇ ਗਏ ਆ। ਪਰ ਬੰਦਾ ਸਿੰਘ ਬਹਾਦਰ ਕਹਿੰਦੇ ਸੀ ਕਿ ਵੀ ਸਭ ਸਿੱਖਾਂ ਨੂੰ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਬੰਦਾ ਸਿੰਘ ਬਹਾਦਰ ਨੇ ਆਪਣੀ ਤਾਂ ਜ਼ਿੰਦਗੀ ਵੱਧ ਰੱਖੀ ਆ। ਸੋ ਇਹ ਜਿਹੜੇ ਇਹੋ ਜਿਹੇ ਦੋਸ਼ ਨੇ ਉਹ ਨਿਰਮੂਲ ਨੇ। ਜੰਗ ਯੁੱਧ ਦੇ ਤਰੀਕੇ ਬੰਦਾ ਸਿੰਘ ਬਹਾਦਰ ਦੇ ਕਮਾਲ ਦੇ ਸੀ। ਆਪਾਂ ਆਉਣ ਵਾਲੇ ਸਮਿਆਂ 'ਚ ਉਹਦੀ ਸਾਂਝ ਪਾਵਾਂਗੇ। ਤੇ ਬੰਦਾ ਸਿੰਘ ਬਹਾਦਰ ਨੇ ਗੁਰੂ ਸਾਹਿਬ ਨੇ ਇੱਕ ਸਵਾਲ ਪੁੱਛਿਆ ਸੀ, ਕਹਿੰਦੇ ਗੁਰੂ ਮਹਾਰਾਜ ਤੁਸੀਂ ਮੈਨੂੰ ਏਡੀ ਵੱਡੀ ਜੰਗ ਲਈ ਭੇਜ ਰਹੇ ਹੋ, ਫਿਰ ਖਜ਼ਾਨਾ ਵੀ ਦੇ ਕੇ ਭੇਜੋ ਕੋਈ। ਉਹ ਕਹਿੰਦੇ ਖਜ਼ਾਨਾ ਪੰਥ ਦਾ ਖਜ਼ਾਨਾ ਮੈਂ ਪੰਥ ਨੂੰ ਦਿੱਤਾ ਹੋਇਆ, ਜਿੱਦਣ ਤੈਨੂੰ ਖਜ਼ਾਨੇ ਦੀ ਲੋੜ ਪਈ ਬਸ ਇੱਕ ਮਨ ਚਿੱਤ ਹੋ ਕੇ ਅਰਦਾਸ ਕਰੀ, ਖਜ਼ਾਨਾ ਪਹੁੰਚ ਜੂ। ਤੇ ਬਾਬਾ ਬੰਦਾ ਸਿੰਘ ਦੀ ਬਹਾਦਰ ਦੀ ਇਹ ਇੱਕ ਘਟਨਾ ਹੈਗੀ ਜ਼ਿੰਦਗੀ। ਦਿੱਲੀ ਕੋਲੇ ਜਦੋਂ ਪਹੁੰਚੇ, ਉਹਨਾਂ ਦਾ ਲੰਗਰ ਮਸਤਾਨਾ ਹੋ ਗਿਆ, ਖਜ਼ਾਨੇ ਦੇ ਵਿੱਚ ਕੋਈ ਪੈਸੇ ਨਾ ਰਹਿ ਗਏ, ਤਾਂ ਉਹਨਾਂ ਨੇ ਇਕੱਠੇ ਹੋ ਕੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਅੱਜ ਖਜ਼ਾਨਾ ਮਸਤਾਨਾ ਹੋ ਰਿਹਾ। ਤੇ ਉਦੋਂ ਹੀ ਇੱਕ ਪੋਟਲੀ ਲੈ ਕੇ ਪੰਜਾਬ ਤੋਂ ਗਏ ਸਿੱਖ ਪਹੁੰਚ ਗਏ। ਉਹ ਕਹਿੰਦੇ ਬਾਬਾ ਜੀ ਅਸੀਂ ਆਹ ਮਾਇਆ ਦਸਵਾਂ ਦਾ ਲੈ ਕੇ ਆਏ ਹਾਂ। ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਯਕੀਨ ਹੋ ਗਿਆ ਕਿ ਜੋ ਮੈਨੂੰ ਗੁਰੂ ਨੇ ਕਹਿ ਕੇ ਭੇਜਿਆ, ਭਾਵੇਂ ਪਹਿਲਾਂ ਵੀ ਦ੍ਰਿੜ ਵਿਸ਼ਵਾਸ ਸੀ, ਪਰ ਇੱਕ ਗੱਲ ਅੱਖਾਂ ਦੇ ਸਾਹਮਣੇ ਹੋ ਜਾਣੀ ਗੱਲ ਹੋਰ ਹੈ, ਹੋਰ ਦ੍ਰਿੜ ਹੋ ਗਈ। ਹੁਣ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਮਤਲਬ ਜਿਹਨੂੰ ਅਸੀਂ ਕਹਿੰਦੇ ਕਿ ਸੁਹਾਗਾ ਫੇਰਿਆ। ਜਿਹੜੇ ਬੰਦੇ ਸਮਾਣੇ ਤੋਂ ਸ਼ੁਰੂ ਕਰਕੇ ਜਿਹੜੇ ਜਿੱਥੇ ਕਿ ਜਲਾਦ ਰਹਿੰਦੇ ਸੀ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ, ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ, ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ, ਉਹ ਸਮਾਣੇ ਦੇ ਮਸ਼ਹੂਰ ਜਲਾਦ ਸੀ। ਉੱਥੋਂ ਸ਼ੁਰੂ ਕੀਤਾ
ਸਮਾਣੇ ਨੂੰ ਢਾਇਆ, ਉੱਥੋਂ ਵੱਧਦੇ ਵਜੀਦ ਖਾਨ ਨੂੰ ਕਿਸ ਤਰ੍ਹਾਂ ਜਿੰਨੇ ਵੀ ਗੁਰੂ ਦੁਖੀ ਸੀਗੇ ਜੀ ਉਹ ਸਾਰਿਆਂ ਦੇ ਸੋਧੇ ਲਾ ਕੇ ਉਹਨਾਂ ਨੇ ਸਿੱਖ ਰਾਜ ਸਥਾਪਿਤ ਕੀਤਾ। ਪਹਿਲਾ ਸਿੱਖ ਰਾਜ ਬਾਬਾ ਬੰਦਾ ਸਿੰਘ ਬਹਾਦਰ ਨੇ ਸਥਾਪਿਤ ਕੀਤਾ ਜੀ ਤੇ ਜਿਹੜਾ ਕਿ ਸੱਚੇ ਮੁੱਚੀ ਸਿੱਖੀ ਦੀਆਂ ਕਦਰਾਂ ਕੀਮਤਾਂ ਤੇ ਖੜਾ ਸੀਗਾ। ਜ਼ਗੀਰਦਾਰਾਂ ਤੋਂ ਜ਼ਗੀਰਾਂ ਖੋਹ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਮ ਪਿੰਡਾਂ ਦੇ ਜ਼ਿਮੀਂਦਾਰਾਂ ਨੂੰ, ਕਿਰਤੀ ਲੋਕਾਂ ਨੂੰ ਬਖਸ਼ੀਆਂ ਤੇ ਉਹਨਾਂ ਦਾ ਸਮਾਜ ਦੇ ਵਿੱਚ ਇੱਕ ਵੱਖਰਾ ਰੁਤਬਾ ਬਣਾ ਦਿੱਤਾ। ਭਾਵੇਂ ਉਹਨਾਂ 'ਚੋਂ ਅੱਜ ਫੇਰ ਕੁਛ ਜ਼ਗੀਰਦਾਰ ਬਣ ਗਏ ਆ ਤੇ ਅੱਜ ਫੇਰ ਸਰਕਾਰਾਂ ਸਾਡੀ ਉਹ ਜ਼ਮੀਨ ਖੋਹਣ ਨੂੰ ਬੈਠੀਆਂ ਨੇ। ਸੋ ਸਾਨੂੰ ਅੱਜ ਦੇ ਦਿਨ ਖਾਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਕਰਦੇ ਹਾਂ ਤੇ ਉਹਨਾਂ ਦੇ ਜਨਮ ਦਿਨ ਦੀਆਂ ਸਮੁੱਚੀ ਕੌਮ ਨੂੰ, ਸਾਰੇ ਅੰਦੋਲਨਕਾਰੀ ਜਿਹੜੇ ਬੈਠੇ ਨੇ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈਆਂ। ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਮਹਾਨ ਵਿਰਸੇ ਤੋਂ ਜਾਣਨ ਸਮਝਣ ਦੀ ਲੋੜ ਹੈ ਜੀ। ਸਮਰਾ ਸਾਹਿਬ, ਤੁਸੀਂ ਆਏ, ਤੁਸੀਂ ਬਹੁਤ ਵਧੀਆ ਢੰਗ ਦੇ ਨਾਲ ਥੋੜੇ ਸਮੇਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਬਾਰੇ ਜਿਹੜੇ ਕੁਝ ਕੂਣੀ ਮੋੜ ਉਹਨਾਂ ਦੀ ਜ਼ਿੰਦਗੀ 'ਚ ਆਏ ਉਹਨਾਂ ਤੇ ਅਸੀਂ ਗੱਲਬਾਤ ਕੀਤੀ। ਫਿਰ ਅਖੀਰ ਤੇ ਆ ਕੇ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਹਫਤੇ ਦੇ ਵਿੱਚ ਵੀਕਐਂਡਾਂ ਦੇ ਉੱਤੇ ਹੋਰ ਪ੍ਰੋਗਰਾਮਾਂ ਰਾਹੀਂ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਦੇ ਜੀਵਨ ਬਾਰੇ ਡਿਟੇਲਡ ਗੱਲਬਾਤ ਕਰ ਸਕੀਏ, ਜਿਹੜੇ ਵਿੱਚ ਕੰਸੈਪਟ ਰਹਿ ਗਏ ਉਹਨਾਂ ਨੂੰ ਹੋਰ ਕਲੀਅਰ ਕਰ ਸਕੀਏ ਆਉਣ ਵਾਲੇ ਨਾਲ। ਸੋ ਸਮਰਾ ਸਾਹਿਬ, ਅੱਜ ਦਾ ਸਮਾਂ ਸਮਾਪਤ ਹੈ ਜੀ। ਬਹੁਤ ਬਹੁਤ ਧੰਨਵਾਦ। ਜੇ ਪ੍ਰੋਗਰਾਮ ਦਾ ਬਦਲਾਵ ਚੰਗਾ ਲੱਗਾ ਤਾਂ ਸੁਨੇਹੇ ਵੀ ਜ਼ਰੂਰ ਪਹੁੰਚਾ ਦੇਣਾ। ਮੈਨੂੰ ਜੋਗਰਾਜ ਸਿੰਘ ਕਾਹਲੋਂ ਤੇ ਮੇਰੇ ਨਾਲ ਮਨਮੋਹਨ ਸਿੰਘ ਸਮਰਾ ਜੀ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।